ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ। ਆਪਣਾ ਇੱਕ ਵੀਡੀਓ ਆਇਆ ਸੀਗਾ ਕਿ ਜਿਹੜੇ ਆਪਣੇ ਗ੍ਰੈਜੂਏਟ ਇੰਜੀਨੀਅਰ ਨੇ ਜੀ, ਜਾਂ ਡਿਪਲੋਮਾ ਹੋਲਡਰ ਇੰਜੀਨੀਅਰ ਨੇ ਜਿਨ੍ਹਾਂ ਨੇ ਅਜੇ ਕਾਲਜ ਤੋਂ ਪੜ੍ਹ ਕੇ ਨਿਕਲੇ ਨੇ ਜੀ। ਜਾਂ ਕਈ ਉਹਨਾਂ ਨੂੰ ਪੜ੍ਹ ਕੇ ਨਿਕਲਣ ਮਤਲਬ ਖਾਸਾ ਟਾਈਮ ਹੋ ਗਿਆ ਹੈ ਨਾ, ਹਾਂਜੀ, ਹਾਂਜੀ। 2-3 ਸਾਲ 4 ਸਾਲ ਹੋ ਗਏ ਅਤੇ ਉਹਨਾਂ ਨੂੰ ਪ੍ਰੋਬਲਮ ਇਹ ਆ ਰਹੀ ਸੀ ਕਿ ਉਹਨਾਂ ਨੂੰ ਜੋਬ ਨਹੀਂ ਮਿਲ ਪਾ ਰਹੀ ਹੈ। ਅਤੇ ਅੱਛਾ। ਆਪਣਾ ਇੱਕ ਵੀਡੀਓ ਵੀ ਆਇਆ ਸੀਗਾ ਸਰ ਕਿ ਮਤਲਬ ਜਿਹੜੇ ਆਪਣੇ ਇੰਜੀਨੀਅਰ ਨੇ ਉਹਨਾਂ ਨੂੰ ਜੋਬ ਕਿਉਂ ਨਹੀਂ ਮਿਲ ਪਾ ਰਹੀ ਹੈ, ਜੀ। ਕਾਰਨ ਕੀ ਹੈ। ਅਤੇ ਇਸ ਕਰਕੇ ਸਰ ਥੋੜ੍ਹਾ ਜਿਹਾ ਦੱਸੋ ਤਾਂ ਕਿ ਉਹਨਾਂ ਨੂੰ ਕੁਛ ਪਤਾ ਲੱਗੇ ਅਤੇ ਉਹਨਾਂ ਨੂੰ ਇੰਪਰੂਵਮੈਂਟ ਕਰਕੇ ਆਪਣਾ ਜੋਬ ਲੈ ਸਕਣ। ਅੱਛਾ ਅੱਛਾ ਜੀ 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 ਬਾਬੂ ਰਾਮ ਜੀ, ਐਕਚੁਅਲੀ ਇਸ ਤਰੀਕੇ ਨਾਲ ਹੈ ਕਿ ਜਦੋਂ ਅਸੀਂ ਇੰਜੀਨੀਅਰਿੰਗ ਕਾਲਜ ਜਾਂ ਪੋਲੀਟੈਕਨਿਕ ਜਾਂ ਕਿਸੇ ਵੀ ਕੋਈ ਇੱਦਾਂ ਦੇ ਟ੍ਰੇਨਿੰਗ ਇੰਸਟੀਚਿਊਟ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਇੱਕ ਪੜ੍ਹਾਈ ਦਾ ਸਿਸਟਮ ਹੈ। ਜੀ ਜਿਵੇਂ ਸਾਨੂੰ ਊੜਾ ਆੜਾ ਈੜੀ ਸੱਸਾ, ਠੀਕ ਹੈ, ਉਸ ਤੋਂ ਬਾਅਦ ਆੜਾ ਅੰਬ, ਇੱਦਾਂ ਸਾਨੂੰ ਜੋੜ ਤੋੜ ਕੇ ਅੱਖਰ ਜੋੜਨੇ ਸਿਖਾਏ ਜਾਂਦੇ ਨੇ, ਐਸੇ ਲਿਖਣੇ ਸਿਖਾਏ ਜਾਂਦੇ ਨੇ, ਲੈਟਰ ਲਿਖਣੇ ਸਿਖਾਏ ਜਾਂਦੇ ਨੇ। ਇੰਜੀਨੀਅਰਿੰਗ ਦੀ ਪੜ੍ਹਾਈ ਵੀ ਉੱਦਾਂ ਹੀ ਸਾਨੂੰ ਨਾ ਟੋਟਿਆਂ 'ਚ ਸਿਖਾਈ ਜਾਂਦੀ ਹੈ। ਠੀਕ ਹੈ ਸਰ। ਉਹਦੇ ਲਈ ਅਲੱਗ-ਅਲੱਗ ਟਾਈਪ ਦੀਆਂ ਬੁੱਕਸ ਨੇ, ਠੀਕ ਹੈ। ਹੁਣ ਤੁਹਾਨੂੰ ਮੈਂ ਇੱਕ ਬੁੱਕ ਦਿਖਾਉਣਾ, ਠੀਕ ਹੈ। ਇਹ ਸੋਇਲ ਮਕੈਨਿਕਸ ਐਂਡ ਫਾਊਂਡੇਸ਼ਨ ਇੰਜੀਨੀਅਰਿੰਗ ਦੀ ਬੁੱਕ ਹੈ। ਇਹ ਕਾਲਜ 'ਚ ਪੜ੍ਹਾਈ ਜਾਂਦੀ ਹੈ, ਠੀਕ ਹੈ। ਇਹਦੇ 'ਚ ਸੋਇਲ ਮਕੈਨਿਕਸ ਅਤੇ ਫਾਊਂਡੇਸ਼ਨ ਤੁਹਾਨੂੰ ਪੜ੍ਹਾਈ ਜਾਊਗੀ। ਸੋਇਲ ਦੀਆਂ ਟਾਈਪ ਸਮਝਾਈਆਂ ਜਾਣਗੀਆਂ, ਬਹੁਤ ਕੁਝ ਸਮਝਾਇਆ ਜਾਊਗਾ, ਠੀਕ ਹੈ। ਇਹ ਰੀਨਫੋਰਸਡ ਸੀਮੈਂਟ ਕੰਕਰੀਟ ਦੀ ਡਿਜ਼ਾਈਨ ਹੈ, ਠੀਕ ਹੈ। ਕੰਕਰੀਟ ਡਿਜ਼ਾਈਨ ਦੀ ਬੁੱਕ ਹੈ ਇਹ, ਤੁਹਾਨੂੰ ਇਹ ਪੜ੍ਹਾਈ ਜਾਂਦੀ ਹੈ। ਜੇ ਤੁਸੀਂ ਇਹਦੇ ਕੰਟੈਂਟ ਦੇਖੋਗੇ ਨਾ ਤਾਂ ਇਹਦੇ ਵਿੱਚ ਕੀ ਹੁੰਦਾ, ਪੜ੍ਹ ਕੇ ਦੇਖੋ। ਸਿਲੇਬਸ ਹੈ, ਕੰਕਰੀਟ ਸਟਰਕਚਰ ਹੈ, ਮਟੀਰੀਅਲ ਦੀਆਂ ਪ੍ਰੋਪਰਟੀਜ਼ ਨੇ, ਬੇਸਿਕ ਡਿਜ਼ਾਈਨ ਕਨਸੈਪਟਸ ਨੇ, ਠੀਕ ਹੈ। ਟੋਰਸ਼ਨ ਡਿਜ਼ਾਈਨ ਹੈ, ਬੌਂਡ ਡਿਜ਼ਾਈਨ ਹੈ, ਸਟਰੈਂਥ ਹੈ ਨਾ। ਇਹ ਸਾਰੀ ਕਿਤਾਬ ਦੇ ਵਿੱਚ ਤੁਹਾਨੂੰ ਕੋਈ ਬਿਲਡਿੰਗ ਡਿਜ਼ਾਈਨ ਬਾਰੇ ਨਹੀਂ ਦੱਸਿਆ ਜਾਊਗਾ, ਕੋਈ ਬ੍ਰਿਜ ਡਿਜ਼ਾਈਨ ਬਾਰੇ ਨਹੀਂ ਦੱਸਿਆ ਜਾਊਗਾ। ਕੰਪੋਨੈਂਟ ਵਾਈਜ਼ ਤੁਹਾਨੂੰ ਦੱਸਿਆ ਜਾਂਦਾ ਹੈ। ਜਿਵੇਂ ਆੜਾ ਅੰਬ, ਠੀਕ ਹੈ, ਅੰਬ ਮਿੱਠਾ ਹੈ, ਠੀਕ ਹੈ, ਮਿੱਠਾ ਅੱਡ ਪੜ੍ਹਾਇਆ ਜਾਂਦਾ ਹੈ, ਅੰਬ ਅੱਡ ਪੜ੍ਹਾਇਆ ਜਾਂਦਾ ਹੈ। ਇਹ ਤੁਸੀਂ ਬਾਅਦ 'ਚੋਂ ਜੋੜਨਾ ਹੈ, ਠੀਕ ਹੈ ਨਾ। ਆੜਾ ਅੰਬ ਇਕੱਲਾ ਸਿੱਖ ਕੇ ਤੁਸੀਂ ਵਿਦਵਾਨ ਨਹੀਂ ਬਣੋਗੇ, ਫਿਰ ਤੁਸੀਂ ਉਹਨਾਂ ਦਾ ਜਿਹੜਾ ਸ਼ਬਦਾਂ ਦਾ ਜੋੜ ਹੈ ਉਹ ਸਿੱਖਣਾ ਹੁੰਦਾ ਹੈ। ਜਿਹੜੀ ਸਾਡੀ ਪੜ੍ਹਾਈ ਹੈ ਉਹ ਸਾਨੂੰ ਊੜਾ ਆੜਾ ਈੜੀ ਸੱਸਾ ਇਹ ਸਿਖਾ ਰਹੀ ਹੈ, ਪਰ ਲੇਖ ਲਿਖਣੇ ਨਹੀਂ ਸਿਖਾ ਰਹੀ। ਇੱਕ ਕਿਸੇ ਵੀ ਚੰਗੇ ਇੰਸਟੀਚਿਊਟ ਦਾ ਤੁਸੀਂ ਕੋਈ ਇੰਜੀਨੀਅਰ ਲੈ ਲਓ, ਉਹਨੂੰ ਸਾਰਾ ਕੁਛ ਪਤਾ ਹੈ, ਬੈਂਡਿੰਗ ਮੂਵਮੈਂਟ, ਸ਼ੀਅਰ ਫੋਰਸ, ਸਭ ਕੁਛ ਪਤਾ ਹੈ, ਪਰ ਉਹ ਇੱਕ ਬੀਮ ਡਿਜ਼ਾਈਨ ਨਹੀਂ ਕਰ ਸਕਦਾ। ਕਿਉਂਕਿ ਅਸੀਂ ਉਹਨੂੰ ਬੀਮ ਡਿਜ਼ਾਈਨ ਕਰਨਾ ਸਿਖਾਇਆ, ਇੱਕ ਇਕੱਲਾ ਬੀਮ ਕਰਨਾ ਡਿਜ਼ਾਈਨ ਸਿਖਾਇਆ। ਉਹਨੂੰ ਅਸੀਂ ਬਿਲਡਿੰਗ ਦੇ ਵਿੱਚ ਬੀਮ ਡਿਜ਼ਾਈਨ ਕਰਨਾ ਨਹੀਂ ਸਿਖਾਇਆ। ਅਸੀਂ ਉਹਨੂੰ ਪੌੜੀ ਡਿਜ਼ਾਈਨ ਕਰਨੀ ਸਿਖਾਈ ਹੈ, ਪਰ ਉਹ ਬਿਲਡਿੰਗ ਦੇ ਵਿੱਚ ਜਦੋਂ ਪੌੜੀ ਹੈਗੀ ਹੈ ਉਹ ਕਿਹਦੇ ਨਾਲ ਅਟੈਚ ਕਰਨੀ ਹੈ, ਕਿੱਦਾਂ ਕਰਨੀ ਹੈ, ਉਹਦੀ ਡਰਾਇੰਗ ਬਣਾਉਣੀ ਅਸੀਂ ਉਹਨੂੰ ਨਹੀਂ ਸਿਖਾਈ ਹੈ, ਠੀਕ ਹੈ। ਇਹ ਇਨਵਾਇਰਨਮੈਂਟਲ ਇੰਜੀਨੀਅਰਿੰਗ ਹੈ, ਇਹ ਅਸੀਂ ਬੱਚੇ ਨੂੰ ਪੜ੍ਹਾਈ ਹੈ ਵੀ ਇਨਵਾਇਰਨਮੈਂਟ ਦੇ ਆਹ ਨੁਕਸਾਨ ਨੇ, ਆਹ ਕਾਰਬਨ ਡਾਈਆਕਸਾਈਡ, ਆਹ ਮੋਨੋਆਕਸਾਈਡ, ਆਹ ਫਲੋਰੋਆਕਸਾਈਡ, ਪਰ ਅਸੀਂ ਉਹਨੂੰ ਇਹ ਨਹੀਂ ਸਿਖਾਇਆ ਵੀ ਜੇ ਡਿਪਾਰਟਮੈਂਟ 'ਚ ਇਨਵਾਇਰਨਮੈਂਟਲ ਪਰਮਿਸ਼ਨ ਲੈਣੀ ਹੈ ਤਾਂ ਉਹਦਾ ਕੀ ਪਰਮਿਸ਼ਨ ਹੈ, ਜੇ ਮਾਈਨਿੰਗ ਦੀ ਪਰਮਿਸ਼ਨ ਲੈਣੀ ਹੈ ਤਾਂ ਕੀ ਹੈ। ਇਹ ਇਨਵਾਇਰਨਮੈਂਟਲ ਇੰਜੀਨੀਅਰਿੰਗ ਅਸੀਂ ਪੜ੍ਹੀ ਹੋਈ ਹੈ, ਪਰ ਸਾਨੂੰ ਫੀਲਡ ਦੀਆਂ ਐਪਲੀਕੇਸ਼ਨਸ ਉਹਦੀਆਂ ਨਹੀਂ ਆਉਂਦੀਆਂ, ਠੀਕ ਹੈ। ਇਹ ਡਿਜ਼ਾਈਨ ਆਫ ਬ੍ਰਿਜ ਦੀ ਕਿਤਾਬ ਹੈ। ਇਹ ਕਿਤਾਬ ਪੜ੍ਹ ਕੇ ਕੋਈ ਬੰਦਾ ਬ੍ਰਿਜ ਡਿਜ਼ਾਈਨ ਨਹੀਂ ਕਰ ਸਕਦਾ, ਠੀਕ ਹੈ, ਕਿਉਂਕਿ ਇਹਦੇ ਵਿੱਚ ਉਹਨਾਂ ਨੇ ਅਲੱਗ-ਅਲੱਗ ਚੀਜ਼ਾਂ ਦਿਖਾਈਆਂ ਹੋਈਆਂ, ਠੀਕ ਹੈ। ਕਿਤੇ ਉਹਨਾਂ ਨੇ ਪੀਅਰ ਡਿਜ਼ਾਈਨ ਕਰਨਾ ਸਿਖਾਤਾ, ਕਿਤੇ ਕੋਈ ਇੱਕ ਕੰਪਲੀਟ ਬਿਲਡਿੰਗ ਜਾਂ ਕੰਪਲੀਟ ਬ੍ਰਿਜ ਡਿਜ਼ਾਈਨ ਸਾਨੂੰ ਨਹੀਂ ਸਿਖਾਇਆ ਜਾਂਦਾ, ਠੀਕ ਹੈ। ਇਹ ਆਰਬੀਟ੍ਰੇਸ਼ਨ ਐਂਡ ਇਹ ਕੰਸਟਰਕਸ਼ਨ ਦਾ ਹੈਗਾ, ਆਰਬੀਟ੍ਰੇਸ਼ਨ ਦਾ, ਠੀਕ ਹੈ। ਇਹ ਕਿਸੇ ਕਾਲਜ 'ਚ ਨਹੀਂ ਪੜ੍ਹਾਉਂਦੇ। ਇਹ ਥੋੜ੍ਹਾ ਬਹੁਤ ਇੱਕ ਚੈਪਟਰ ਜਿਹਾ ਹੁੰਦਾ ਵੀ ਜੇ ਰੌਲਾ ਪੈ ਜੇ ਤਾਂ ਇਸ ਤਰੀਕੇ ਨਾਲ ਇਹ ਬਹੁਤ ਵੱਡਾ ਫੀਲਡ ਹੈ ਆਰਬੀਟ੍ਰੇਸ਼ਨ ਦਾ। ਹੁਣ ਇਹ ਵਜ੍ਹਾ ਕਿਉਂਕਿ ਜਦੋਂ ਤੁਸੀਂ ਪੜ੍ਹਿਆ ਹੋਇਆ ਨਾ ਉਹ ਚੀਜ਼ਾਂ ਇੱਕ ਸਮਾਲ ਕੰਪੋਨੈਂਟਸ ਦੇ ਵਿੱਚ ਪੜ੍ਹੀਆਂ ਨੇ, ਤੁਸੀਂ ਇਹ ਸਮਝ ਲਓ ਕਿ ਤੁਹਾਨੂੰ ਅਲਫਾਬੈਟਸ ਆ ਗਏ, ਚਿੱਠੀਆਂ ਲਿਖਣੀਆਂ ਨਹੀਂ ਆਈਆਂ। ਹਾਂ, ਹੁਣ ਤੁਸੀਂ ਨੌਲੇਜ ਤੁਸੀਂ ਇਕੱਠੀ ਕਰ ਲਈ, ਬਟ ਤੁਹਾਨੂੰ ਉਹ ਨਹੀਂ ਪਤਾ ਹੈ ਵੀ ਉਹ ਕਿਵੇਂ ਯੂਜ਼ ਹੋਣਾ। ਤੁਹਾਨੂੰ ਤੀਰ ਚਲਾਉਣਾ ਸਿਖਾਤਾ, ਠੀਕ ਹੈ। ਹਵਾ 'ਚ ਤੀਰ ਤੁਸੀਂ ਚਲਾ ਸਕਦੇ ਹੋ, ਪਰ ਨਿਸ਼ਾਨਾ ਨਹੀਂ ਲੱਗ ਸਕਦਾ। ਨਿਸ਼ਾਨਾ ਲਾਉਣ ਦੇ ਲਈ ਤੁਹਾਨੂੰ ਇੱਕ ਸਾਧਨੀ ਪੈਂਦੀ ਹੈ, ਪ੍ਰੈਕਟਿਸ ਕਰਨੀ ਪੈਂਦੀ ਹੈ, ਕੰਸਿਸਟੈਂਟ ਐਫਰਟਸ ਕਰਨੇ ਪੈਂਦੇ ਆ, ਫਿਰ ਹੀ ਸਿੱਖਦੇ ਹੋ। ਹੁਣ ਤੁਸੀਂ ਕਹੋਗੇ ਕਿ ਜੇ ਇਹ ਚੀਜ਼ਾਂ ਪੜ੍ਹਾਉਂਦੇ ਨੇ, ਠੀਕ ਹੈ, ਤਾਂ ਤੁਸੀਂ ਆਹ ਢੇਰ ਕਾਹਦਾ ਲਾਇਆ ਹੋਇਆ ਸਾਈਡਾਂ 'ਤੇ, ਠੀਕ ਹੈ, ਪੁੱਛਣਾ ਸੀ ਤੁਸੀਂ ਇਹ। ਹੁਣ ਇਹ ਹੈ, ਇਹਦੇ ਵਿੱਚ ਤੁਹਾਨੂੰ ਪੜ੍ਹਾਉਂਦੇ ਆ ਵੀ ਸੜਕ ਬਣਦੀ ਕਿਵੇਂ ਹੈ, ਠੀਕ ਹੈ। ਐਕਚੁਅਲੀ ਫੀਲਡ ਦੇ ਵਿੱਚ ਤਾਂ ਸਾਡੇ ਕੋਲ ਆਹ ਮੈਨੂਅਲ ਹੈ, ਕੰਸਟਰਕਸ਼ਨ ਆਫ ਸੁਪਰਵਿਜ਼ਨ ਆਫ ਬਿਚੂਮਨਸ ਵਰਕਸ। ਇਹ ਇੰਡੀਅਨ ਰੋਡ ਕਾਂਗਰਸ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਇਹ ਸਾਰਿਆਂ ਨੇ ਮਿਲ ਕੇ ਏਡਾ ਵੱਡਾ ਡਾਕੂਮੈਂਟ ਬਣਾਇਆ ਹੋਇਆ, ਠੀਕ ਹੈ। ਇਹ ਸਿਰਫ ਇਸੇ ਚੀਜ਼ 'ਤੇ ਹੈ। ਇੱਕ ਬੁੱਕ ਦੇ ਵਿੱਚ ਜੋ ਹੈ ਨਾ ਇੰਦਰਪ੍ਰੀਤ ਜੀ, ਜਦੋਂ ਇੱਕ ਬੁੱਕ ਬੰਦੇ ਲਿਖਦੇ ਨੇ ਉਹਦੇ 'ਚ ਕੀ ਕਰਦੇ ਨੇ ਕਿ ਸਾਰੇ ਆਥਰਸ ਦੇ ਵਿਊਜ਼ ਹੁੰਦੇ ਨੇ, ਠੀਕ ਹੈ। ਜਿਵੇਂ ਹੁਣ ਆਹ ਇੱਕ ਥੀਸਿਸ ਪਿਆ, ਠੀਕ ਹੈ, ਇੱਥੇ ਮੈਂ ਆਪਣਾ ਮੇਰਾ ਥੀਸਿਸ ਕਿਤੇ ਪਿਆ ਹੋਣਾ, ਇਹ ਥੀਸਿਸ ਮੈਂ ਆਪਣਾ ਲਿਖਿਆ, ਇਹ ਮੇਰਾ ਥੀਸਿਸ ਹੈ, ਠੀਕ ਹੈ। ਇਹਦੇ 'ਚ ਮੈਂ ਲਿਖਿਆ ਵੀ ਜੀ ਆਹ ਕੰਮ ਇੱਦਾਂ ਹੋਣਾ ਚਾਹੀਦਾ, ਮੇਰੀ ਰਿਸਰਚ ਕੀਤੀ, ਇਹਦੇ 'ਤੇ ਮੈਨੂੰ PhD ਡਿਗਰੀ ਅਵਾਰਡ ਹੋਊਗੀ।
ਇਹ ਇਵੈਲੂਏਟ ਹੁੰਦੇ ਨੇ ਅਲੱਗ-ਅਲੱਗ ਥੀਸਿਸ ਵੀ ਯਾਰ ਕਿਹੜਾ ਜੋ ਕੁਝ ਕਹਿ ਰਿਹਾ, ਫਿਰ ਉਹਦੀਆਂ ਕਮੇਟੀਆਂ ਬਣਦੀਆਂ, ਨਵੀਂ ਰਿਸਰਚ ਹੁੰਦੀ ਆ, ਫਿਰ ਉਹ ਜੋ ਸਾਰੇ ਜਦੋਂ ਉਸ ਨੂੰ ਐਗਰੀ ਕਰਦੇ ਆ ਵੱਡੇ ਵੱਡੇ ਵਿਦਵਾਨ, ਕੰਸਟਰਕਸ਼ਨ ਇੰਡਸਟਰੀ ਦੇ ਚੀਫ ਇੰਜੀਨੀਅਰ, ਰਿਟਾਇਰਡ ਡਾਇਰੈਕਟਰ ਜਨਰਲ, ਉਹ ਸਾਰੇ ਲੋਕ ਮਿਲ ਕੇ ਫਿਰ ਡਿਸਾਈਡ ਕਰਦੇ ਨੇ ਕਿ ਯਾਰ ਇਹਨਾਂ 'ਚੋਂ ਕੀ ਇਹਦੀ ਐਪਲੀਕੇਬਿਲਿਟੀ ਹੈਗੀ ਆ, ਕੀ ਇਹਦਾ ਕੋਈ ਫਾਇਦਾ ਹੋਊਗਾ। ਜੇ ਉਹ ਚੀਜ਼ ਅਪਰੂਵ ਹੋ ਜਾਂਦੀ ਹੈ ਨਾ ਤਾਂ ਫਿਰ ਉਹ ਇਹਨਾਂ ਚੀਜ਼ਾਂ ਦੇ ਵਿੱਚ ਐਡ ਹੋ ਜਾਂਦੀ ਹੈ ਮੈਨੂਅਲ ਦੇ ਵਿੱਚ। ਜੇ ਤੁਸੀਂ ਇਹ ਮੈਨੂਅਲ ਨੂੰ ਪੜ੍ਹ ਕੇ ਦੇਖੋਗੇ ਨਾ ਤਾਂ ਇਹਦੇ ਉੱਤੇ ਬਾਹਰ ਕਿਹੜੇ ਕਿਹੜੇ ਬੰਦਿਆਂ ਦਾ ਯੋਗਦਾਨ ਹੈ ਲਿਖਿਆ ਹੁੰਦਾ ਹੈ। ਜੇ ਤੁਸੀਂ ਉਹ ਬੰਦਿਆਂ ਦੀ ਕਮੇਟੀ ਦੇ ਨਾਮ ਦੇਖੋਗੇ ਨਾ, ਤੁਸੀਂ ਦੇਖੋਗੇ ਕਿ ਵੀ ਅੱਛਾ ਇਹ ਇੰਨੇ ਵਿਦਵਾਨ ਬੰਦੇ ਇਹਨਾਂ ਜਿੰਨੀਆਂ ਵੀ ਸਪੈਸੀਫਿਕੇਸ਼ਨਸ ਨੇ ਉਹ ਸਾਰੇ, ਜਿਵੇਂ ਹੁਣ ਇਹ ਡਾਟਾ ਹੈਗਾ ਮੈਨੂਅਲ ਰੋਡਸ ਦਾ, ਇਹਦੇ ਵਿੱਚ ਵੈਸੇ ਲਿਸਟ ਲੱਗੀ ਹੁੰਦੀ ਆ ਵੀ ਇਹਦੇ 'ਚ ਕੌਣ ਕੌਣ ਨੇ। ਆਹ ਦੇਖੋ, ਠੀਕ ਹੈ, ਇਹ ਸਾਰੇ ਵਰਲਡ ਬੈਂਕ ਦੇ ਮੈਂਬਰ ਨੇ, ਇਹ ਖੰਨਾ ਜਸਟੋ ਦੇ ਜਿਹੜੇ ਉਹ ਸੀਗੇ ਯੂਨੀਵਰਸਿਟੀ ਦੇ ਪ੍ਰੋਫੈਸਰ ਉਹ ਨੇ, ਇਹ ਇੰਨੇ ਲੋਕ ਮਿਲ ਕੇ ਇਹ ਸਾਰਾ ਡਾਕੂਮੈਂਟ ਤਿਆਰ ਕਰਦੇ ਆ। ਇਹਦੀ ਇੱਕ ਲੀਗਲ ਮਤਲਬ ਸਟੈਂਡਿੰਗ ਹੈ। ਜਿਹੜੀ ਇਹ ਕਿਤਾਬ ਦੇ ਵਿੱਚ ਲਿਖਿਆ ਨਾ, ਤੁਸੀਂ ਕਿਸੇ ਨੂੰ ਕਹੋ ਵੀ ਜੀ ਫਲਾਣੀ ਕਿਤਾਬ 'ਚ ਲਿਖਿਆ, ਉਹ ਕਿਤਾਬ ਨੂੰ ਲਿਖਿਆ ਅਗਲਾ ਮੰਨੇ ਨਾ ਮੰਨੇ ਉਹ ਉਹਦੀ ਮਰਜ਼ੀ ਹੈ, ਪਰ ਆਹ ਲੀਗਲ ਬਾਈਂਡਿੰਗ ਹੈ। ਇਹ ਪੰਜਾਬ ਸਰਕਾਰ ਦਾ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਦਾ ਡਾਕੂਮੈਂਟ ਹੈ। ਜੇ ਇਹਦੇ ਵਿੱਚ ਲਿਖਿਆ ਤਾਂ ਇਸ ਨੂੰ ਤੁਸੀਂ ਮੰਨਣਾ ਹੈ, ਕੰਮ ਇੱਦਾਂ ਕਰਨਾ ਹੈ। ਜੇ ਤੁਸੀਂ ਕੰਮ ਇਹਦੇ ਹਿਸਾਬ ਨਾਲ ਕੀਤਾ ਤਾਂ ਤੁਹਾਨੂੰ ਕੋਈ ਕੁਝ ਕਹਿ ਨਹੀਂ ਸਕਦਾ ਕਿ ਤੁਸੀਂ ਕੰਮ ਗਲਤ ਕੀਤਾ। ਜੇ ਤੁਸੀਂ ਕਹੋ ਨਹੀਂ ਜੀ ਫਲਾਣੀ ਕਿਤਾਬ 'ਚ ਲਿਖਿਆ ਸੀ ਜਾਂ ਫਲਾਣਾ ਬੰਦਾ ਕਹਿੰਦਾ ਸੀਗਾ, ਉਹਦੀ ਕੋਈ ਲੀਗਲ ਸਟੈਂਡਿੰਗ ਨਹੀਂ ਹੈ। ਸਾਡੇ ਜਿਹੜੇ ਬੱਚੇ ਨੇ ਪੜ੍ਹਦੇ ਨੇ ਉਹਨਾਂ ਨੂੰ ਅਸੀਂ ਇਹ ਕਿਤਾਬਾਂ ਪੜ੍ਹਾ ਦਿੰਦੇ ਹਾਂ, ਉਹ ਕਹਿੰਦੇ ਨੇ ਜੀ ਮੇਰੀ ਕਿਤਾਬ 'ਚ ਐਂ ਲਿਖਿਆ ਹੈ, ਅਸੀਂ ਕਹਿੰਦੇ ਯਾਰ ਨਹੀਂ ਤੇਰੀ ਕਿਤਾਬ ਨਹੀਂ ਚੱਲਦੀ। ਫਿਰ ਉਹ ਇਹ ਮਨ ਦੇ ਵਿੱਚ ਧਾਰ ਲੈਂਦੇ ਆ ਵੀ ਜਿਹੜੀ ਕਾਲਜ ਦੀ ਪੜ੍ਹਾਈ ਹੈ ਨਾ ਉਹ ਫੀਲਡ 'ਚ ਚੱਲਦੀ ਨਹੀਂ। ਪਰ ਉਹ ਇਹ ਨਹੀਂ ਸਮਝਦੇ ਵੀ ਜਿਹੜੇ ਤੁਹਾਨੂੰ ਕਾਲਜ ਜਿੰਨਾ ਪੜ੍ਹਾਇਆ ਉਹਦੇ 'ਚੋਂ ਕੁਛ ਚੀਜ਼ਾਂ ਗੌਰਮੈਂਟ ਨੇ ਐਕਸੈਪਟ ਕੀਤੀਆਂ ਹੋਈਆਂ। ਇਹਦੇ ਵਿੱਚ ਵੀ ਲਿਖਿਆ ਹੁੰਦਾ ISI ਮੈਥਡ, ਠੀਕ ਹੈ। ਉਹ ਜੋ ਮੈਥਡ ਨੇ ਉਹ ਇੱਥੇ ਫੀਲਡ 'ਚ ਐਪਲੀਕੇਬਲ ਨੇ, ਇਹ ਅਪਰੂਵਡ ਨੇ। ਹਰੇਕ ਜਿਵੇਂ ਕਿਤਾਬ ਹੈ ਨਾ, ਜਿਵੇਂ ਆਹ ਦੇਖੋ, ਤੁਸੀਂ ਐਸਟੀਮੇਟਿੰਗ ਐਂਡ ਕਾਸਟਿੰਗ ਪੜ੍ਹੀ ਆ? ਹਾਂਜੀ ਸਰ। ਠੀਕ ਹੈ, ਬਾਬੂ ਰਾਮ ਜੀ ਤੁਸੀਂ ਤਾਂ ਬਹੁਤ ਮੱਥਾ ਮਾਰਿਆ। ਹੁਣ ਇਹ ਐਨਾਲਿਸਿਸ ਆਫ ਰੇਟ ਦੀ ਬੁੱਕ ਹੈ, ਠੀਕ ਹੈ ਨਾ। ਇਹ ਜਿਹੜੀ ਬੁੱਕ ਹੈ ਇਹ ਐਨਾਲਿਸਿਸ ਆਫ ਰੇਟ ਹੈ। ਇਹਦੇ ਵਿੱਚ ਉਹ ਦੱਸਦੇ ਨੇ ਵੀ ਜੇ ਤੁਸੀਂ ਪੱਥਰ ਦਾ ਰੇਟ ਕੈਲਕੂਲੇਟ ਕਰਨਾ ਹੈ ਕਿ ਕਿੰਨੇ ਪੈਸੇ ਇਹਦੇ 'ਤੇ ਖਰਚਾ ਆਊਗਾ, ਵੈਟ ਮਿਕਸ ਮਕੈਡਮ ਦਾ ਰੇਟ ਆ। ਇਹਦੇ 'ਚ ਨੇ ਇਕੱਲਾ ਦੱਸਿਆ ਵੀ ਮੇਟ ਕਿੰਨੇ ਚਾਹੀਦੇ ਨੇ, ਮਸ਼ੀਨਰੀ ਕਿੰਨੀ ਚਾਹੀਦੀ ਹੈ, ਜੇ ਤੁਸੀਂ ਉਹ ਪ੍ਰੋਪਰ ਤਰੀਕੇ ਨਾਲ ਕੰਮ ਕਰਨਾ, ਕਿੰਨੀ ਤੁਹਾਨੂੰ ਲੇਬਰ ਚਾਹੀਦੀ ਹੈ, ਕਿੰਨਾ ਤੁਹਾਨੂੰ ਮਟੀਰੀਅਲ ਚਾਹੀਦਾ, ਕੀ ਤੁਹਾਡਾ ਕਾਸਟ ਕਰਦਾ, ਤੁਸੀਂ ਇਹਦੇ ਨਾਲ ਬੈਠ ਕੇ ਇੱਕ ਕਾਸਟ ਕੱਢ ਲਓਗੇ, ਠੀਕ ਹੈ ਨਾ। ਜਦੋਂ ਵੀ ਕੋਈ ਤੁਸੀਂ ਐਸਟੀਮੇਟ ਬਣਾਉਣਾ ਹੈ, ਇਹ ਤੁਹਾਡਾ ਇੱਕ ਬਾਈਬਲ ਹੈ। ਐਸਟੀਮੇਟਿੰਗ ਐਂਡ ਕਾਸਟਿੰਗ ਤੁਸੀਂ ਇੱਕ ਤਰੀਕਾ ਪੜ੍ਹਿਆ, ਉਹਦੇ 'ਚ ਤੁਹਾਨੂੰ ਐਡੀ ਹੈਲਪ ਨਹੀਂ ਮਿਲੀ, ਇੰਨਾ ਤੁਹਾਨੂੰ ਬੰਨਣ ਵੀ ਨਹੀਂ ਮਿਲਿਆ। ਉੱਥੇ ਤੁਸੀਂ ਅਜਿਊਮ ਕਰ ਲਿਆ ਜੋ ਤੁਹਾਡਾ ਦਿਲ ਕੀਤਾ। ਉੱਥੇ ਐਗਜ਼ਾਮ 'ਚ ਲਿਖ ਦਿੰਦੇ ਨੇ ਅਜਿਊਮ ਸੂਟੇਬਲ ਡਾਟਾ, ਉਹਦੇ 'ਚ ਤੁਸੀਂ ਜੋ ਮਰਜ਼ੀ ਅਜਿਊਮ ਕਰ ਲਓ, ਤੁਹਾਨੂੰ ਨੰਬਰ ਮਿਲ ਜਾਂਦੇ ਨੇ, ਤੁਸੀਂ ਪਾਸ ਹੋ ਜਾਂਦੇ ਹੋ। ਪਰ ਇੱਥੇ ਇਹ ਨਹੀਂ ਹੈਗਾ। ਇੱਥੇ ਇਹ ਹੈ ਵੀ ਗੌਰਮੈਂਟ ਦੇ ਨੋਰਮਸ ਨੇ, ਇੱਕ ਬੰਦਾ ਦਿਹਾੜੀ 'ਚ ਕਿੰਨਾ ਕੰਮ ਕਰਦਾ ਗੌਰਮੈਂਟ ਨੇ ਫਿਕਸ ਕੀਤਾ ਹੋਇਆ, ਠੀਕ ਹੈ ਨਾ। ਇਹ ਐਂ ਨਹੀਂ ਵੀ ਅਸੀਂ ਬੰਦੇ ਨੂੰ ਨਿਚੋੜੀ ਜਾਣਾ, ਦਿਨ ਰਾਤ ਲਾਈ ਰੱਖਣਾ। ਗੌਰਮੈਂਟ ਦੇ ਕੰਮ ਨੇ, ਪਬਲਿਕ ਵੈਲਫੇਅਰ ਦੇ ਕੰਮ ਨੇ। ਇਹਦੇ 'ਚ ਜਿਹੜਾ ਬੰਦਾ ਕੰਮ ਕਰੇ ਉਹਨੂੰ ਵੀ ਰੋਟੀ ਮਿਲਣੀ ਚਾਹੀਦੀ ਹੈ, ਜਿਹੜਾ ਕਰਵਾਵੇ ਉਹਨੂੰ ਵੀ ਮਿਲਣੀ ਚਾਹੀਦੀ ਹੈ। ਜਿਹੜੇ ਲੋਕਾਂ ਲਈ ਅਸੀਂ ਕੰਮ ਕਰ ਰਹੇ ਹਾਂ ਉਹ ਲੋਕਾਂ ਨੂੰ ਵੀ ਉਸ ਚੀਜ਼ ਦਾ ਫਾਇਦਾ ਹੋਣਾ ਚਾਹੀਦਾ, ਠੀਕ ਹੈ। ਮਤਲਬ ਇਹ ਸਾਰੇ ਐਂ ਨਹੀਂ ਹੈ ਕਿ ਤੁਸੀਂ ਇੱਕ ਠੇਕੇਦਾਰ ਤੋਂ ਘੱਟ ਰੇਟ ਲੈ ਲਿਆ ਅਤੇ ਮੁੜ ਕੇ ਉਹ ਘਰ ਵੇਚ ਕੇ ਤੁਹਾਡਾ ਕੰਮ ਪੂਰਾ ਕਰਕੇ ਗਿਆ। ਸਰਕਾਰ ਇਹ ਨਹੀਂ ਕਹਿੰਦੀ। ਸਰਕਾਰ ਕਹਿੰਦੀ ਹੈ ਠੇਕੇਦਾਰ ਕੰਮ ਕਰੇ 10% ਉਹਨੂੰ ਘੱਟੋ ਘੱਟ ਬਚਣਾ ਚਾਹੀਦਾ, ਠੀਕ ਹੈ। ਰੈਦਰ ਉਹਨੂੰ 10% ਹੀ ਬਚਣਾ ਚਾਹੀਦਾ। ਇਹ ਨਹੀਂ ਕਿ ਉਹ 15, 20, 30, 40, 50 ਦੇ ਚੱਕਰ 'ਚ ਕੰਮ ਮਾੜਾ ਕਰੀ ਜਾਵੇ, ਠੀਕ ਹੈ ਨਾ। ਉਸ ਲਈ ਇਹ ਸਾਰੇ ਸਟੈਂਡਰਡ ਡਾਕੂਮੈਂਟਸ ਬਣੇ ਹੋਏ ਨੇ। ਸਾਡੇ ਜਿਹੜੇ ਬੱਚੇ ਡਿਗਰੀਆਂ ਕਰਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਪੜ੍ਹਾਈਆਂ ਜਾਂਦੀਆਂ, ਇਸ ਕਰਕੇ ਉਹ ਜੋਬ ਲੱਭਣ ਦੇ ਵਿੱਚ ਮੁੜ ਕੇ ਸਟਰਗਲ ਕਰਦੇ ਰਹਿੰਦੇ ਨੇ, ਠੀਕ ਹੈ ਨਾ। ਉਹਨਾਂ ਨੂੰ ਕਿਵੇਂ ਨੌਲੇਜ ਮਿਲ ਸਕਦੀ ਸਰ ਇਹ ਬੁੱਕ ਦੀ? ਉਹਨਾਂ ਨੂੰ ਆਪ ਪੜ੍ਹਨਾ ਪੈਣਾ, ਉਹਨੂੰ ਪ੍ਰੋਵਾਈਡ ਕਿੱਥੋਂ ਹੋ ਸਕਦਾ ਨੇ? ਉਹ ਨੌਲੇਜ ਕਿਵੇਂ ਲੈ ਸਕਦੇ ਨੇ ਇੱਥੋਂ? ਇਹ ਨੌਲੇਜ ਕਿਵੇਂ ਹੈਲਪ ਕਰ ਸਕਦੇ ਨੇ? ਕਿਉਂਕਿ ਤੁਹਾਡੇ ਨਾਲ ਰਹਿ ਕੇ ਤਾਂ ਮੈਂ ਤਾਂ ਚਲੋ ਸਿੱਖ ਰਿਹਾ, ਹੋਰ ਵੀ ਸਿੱਖ ਵੀ ਰਿਹਾ ਸਰ। ਬਾਕੀ ਹੋਰ ਜਿਹੜੇ ਬੱਚੇ ਜੁੜਨਾ ਚਾਹੁੰਦੇ ਨੇ ਉਹ ਕਿਵੇਂ ਜੁੜ ਸਕਦੇ ਨੇ? ਉਹਨਾਂ ਨੂੰ ਆਪਾਂ ਗਿਆਨ ਕਿਵੇਂ ਵਧਾ ਸਕਦੇ ਉਹਨਾਂ ਦਾ? ਦੇਖੋ, ਕੋਈ ਵੀ ਚੀਜ਼ ਹੈ ਜਿੰਨੀ ਦੇਰ ਤੁਸੀਂ ਉਸ ਕੰਮ ਦੇ ਉੱਤੇ ਪ੍ਰੈਕਟੀਕਲੀ ਇਨਵੋਲਵਡ ਨਹੀਂ ਹੋ, ਤੁਹਾਡਾ ਉਹਦੇ 'ਚ ਇੰਟਰਸਟ ਨਹੀਂ ਹੁੰਦਾ, ਠੀਕ ਹੈ ਸਰ, ਠੀਕ ਹੈ ਨਾ। ਜੇ ਤੁਸੀਂ ਚਾਈਲਡ ਕੇਅਰ ਦੀਆਂ ਕਿਤਾਬਾਂ ਪੜ੍ਹਦੇ ਹੋ, ਠੀਕ ਹੈ, ਬੱਚਾ ਤੁਹਾਡੇ ਹੈ ਨਹੀਂ, ਹਾਂਜੀ, ਠੀਕ ਹੈ, ਤਾਂ ਉਹ ਤੁਸੀਂ ਉਹਨੂੰ ਉਹਦੇ ਨਾਲ ਨਹੀਂ ਪੜ੍ਹਦੇ, ਠੀਕ ਹੈ। ਜੇ ਤੁਹਾਡਾ ਬੱਚਾ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਫਿਰ ਤੁਸੀਂ ਚਾਈਲਡ ਕੇਅਰ ਦੀ ਕਿਤਾਬ ਪੜ੍ਹਦੇ ਹੋ, ਤਾਂ ਫਿਰ ਤੁਸੀਂ ਉਹਨੂੰ ਕੱਲਾ ਸ਼ਬਦ ਪੜ੍ਹਦੇ ਹੋ ਵੀ ਯਾਰ ਜੇ ਬੱਚਾ ਐਂ ਕਰੇ, ਹਾਂ ਸਾਡਾ ਬੱਚਾ ਯਾਰ ਹੁੰਦਾ ਵੀ ਹੈ, ਜੇ ਰਾਤ ਨੂੰ ਉੱਠੇ, ਜੇ ਸਵੇਰੇ ਉੱਠੇ, ਜੇ ਇੱਦਾਂ ਫੀਲ ਕਰੇ, ਠੀਕ ਹੈ। ਤੁਸੀਂ ਉਹਨੂੰ ਸਮਝਦੇ ਹੋ ਨਾ, ਠੀਕ ਹੈ। ਤਾਂ ਸਮਝਦੇ ਹੋ ਜਦੋਂ ਜਿਸ ਤਨ ਲਾਗੇ ਸੋਈ ਜਾਣੇ,
ਜਿੰਨੀ ਦੇਰ ਤੁਹਾਡੇ ਤਨ 'ਤੇ ਲੱਗਦੀ ਨਹੀਂ ਨਾ ਤੁਸੀਂ ਸਿੱਖ ਨਹੀਂ ਸਕਦੇ। ਜੇ ਤੁਸੀਂ ਫੀਲਡ 'ਚ ਜਾਓਗੇ ਉੱਥੇ ਤੁਸੀਂ ਉਸ ਇੱਕ ਐਟਮੋਸਫੀਅਰ ਦੇ ਵਿੱਚੋਂ ਜਿੱਥੇ ਤੁਹਾਨੂੰ ਬੰਦਾ ਕਹਿੰਦਾ ਯਾਰ ਤੇਰੀ ਨਾ ਇਹ ਐਂਡੂਲੇਸ਼ਨ ਜ਼ਿਆਦਾ ਹੈ, ਉਹ ਫਿਰ ਬੰਦਾ ਸੋਚਦਾ ਵੀ ਯਾਰ ਜ਼ਿਆਦਾ ਤਾਂ ਹੈਗੀਆਂ, ਇਹ ਕਿੰਨੀਆਂ ਹੋ ਸਕਦੀਆਂ। ਠੀਕ ਹੈ ਨਾ, ਬਿਲਕੁਲ ਇਹ ਸ਼ੀਸ਼ੇ ਵਰਗੀ ਤਾਂ ਬਣਨੀ ਨਹੀਂ, ਕੁਛ ਨਾ ਕੁਛ ਤਾਂ ਫਿਰ ਵੀ ਰਹਿ ਜਾਣਗੀਆਂ। ਠੀਕ ਹੈ, ਇਹਦਾ ਐਕਸੈਪਟੇਬਲ ਲਿਮਿਟ ਕੀ ਹੈ। ਠੀਕ ਹੈ, ਉਹ ਫਿਰ ਪੁੱਛੂਗਾ ਨਾ ਜੀ ਵੀ ਇਹਨੂੰ ਮੈਂ ਕਿਸ ਲੈਵਲ 'ਤੇ ਕਰ ਸਕਦਾ। ਫਿਰ ਉਹ ਤੁਹਾਨੂੰ ਕਹੂਗਾ ਵੀ ਤੁਸੀਂ ਇੱਦਾਂ ਕਰੋ, ਆਹ ਸਪੈਸੀਫਿਕੇਸ਼ਨਾਂ ਦੀ ਕਿਤਾਬ ਚੱਕੋ। ਠੀਕ ਹੈ, ਆਹ ਵਾਲੀ। ਠੀਕ ਹੈ, ਇਹਦੇ ਵਿੱਚ ਤੁਸੀਂ ਦੇਖੋ ਵੀ ਪਰਮਿਜੀਬਲ ਐਂਡੂਲੇਸ਼ਨਸ ਕੀ ਲਿਖੀਆਂ ਹੋਈਆਂ ਨੇ, ਇਹਦੇ 'ਚ ਹਰ ਚੀਜ਼ ਲਿਖੀ ਹੈ। ਠੀਕ ਹੈ, ਘੱਟੋ ਘੱਟ ਤੁਸੀਂ ਕਿੰਨੀਆਂ ਰੱਖ ਸਕਦੇ ਹੋ। ਠੀਕ ਹੈ, ਤੁਹਾਨੂੰ ਟੋਲਰੈਂਸ ਜਿਹਨੂੰ ਕਹਿੰਦੇ ਨੇ, ਟੋਲਰੈਂਸ ਕਿੰਨੀ ਹੈ, ਉਹ ਸਾਰੀਆਂ ਇਹਦੇ ਵਿੱਚ ਲਿਖੀਆਂ। ਠੀਕ ਹੈ, ਫਿਰ ਉਹ ਜਦੋਂ ਬੰਦਾ ਕਹੂਗਾ ਅੱਛਾ ਜੀ, ਫਿਰ ਉਹ ਇਹਦੇ 'ਚੋਂ ਲੱਭੂਗਾ, ਫਿਰ ਇਹਨੂੰ ਪੜ੍ਹੂਗਾ, ਫਿਰ ਉਸ ਦੇ ਮਨ ਦੇ ਵਿੱਚ ਇਹ ਪਿਕਚਰ ਬਣ ਜਾਣੀ ਹੈ ਕਿ ਕੋਈ ਨਾ ਕੋਈ ਡਾਕੂਮੈਂਟ ਹੈ ਜਿੱਥੇ ਇਹ ਚੀਜ਼ਾਂ ਲਿਖੀਆਂ ਹੋਈਆਂ। ਸਭ ਤੋਂ ਪਹਿਲਾਂ ਉਸ ਚੀਜ਼ ਨੂੰ ਲੱਭੂਗਾ। ਠੀਕ ਹੈ, ਲੱਭੂਗਾ ਤਾਂ ਉਸ ਐਟਮੋਸਫੀਅਰ 'ਚ ਚਲਾ ਗਿਆ। ਜਿੰਨੀ ਦੇਰ ਤੁਸੀਂ ਉਸ ਐਟਮੋਸਫੀਅਰ 'ਚ ਨਹੀਂ ਜਾਂਦੇ ਤੁਸੀਂ ਉਹ ਚੀਜ਼ ਨਹੀਂ ਸਿੱਖ ਸਕਦੇ। ਅਸੀਂ ਜੋ ਗੁਰਦੁਆਰਾ ਸਾਹਿਬ ਜਾਂਦੇ ਹਾਂ, ਜੋ ਸਾਡਾ ਪਵਿੱਤਰ ਮਨ ਉੱਥੇ ਜਾ ਕੇ ਹੁੰਦਾ ਉਹ ਹੋਰ ਕਿਤੇ ਨਹੀਂ ਹੁੰਦਾ, ਉਹ ਇੱਕ ਜਗ੍ਹਾ ਬਣੀ ਹੋਈ ਹੈ। ਠੀਕ ਹੈ ਨਾ, ਉੱਥੇ ਜਾਂਦੇ ਹਾਂ, ਉੱਥੇ ਜਾ ਕੇ ਸਾਡੇ ਵਿਚਾਰ ਅੰਦਰ ਵੜਦੇ ਹੀ ਇੱਕਦਮ ਬਦਲ ਜਾਂਦੇ ਨੇ। ਠੀਕ ਹੈ, ਇੱਦਾਂ ਹੀ ਜਦੋਂ ਤੁਸੀਂ ਇੱਕ ਲਰਨਿੰਗ ਐਟਮੋਸਫੀਅਰ 'ਚ ਜਾਂਦੇ ਹੋ ਜਿੱਥੇ ਕੋਈ ਚੰਗੀ ਕੰਪਨੀ ਹੈ, ਜਿੱਥੇ ਚੰਗੇ ਇੰਜੀਨੀਅਰਸ ਨੇ ਜਿਨ੍ਹਾਂ ਨਾਲ ਤੁਸੀਂ ਕੰਮ ਕਰਦੇ ਹੋ, ਉੱਥੇ ਜਾਂਦੇ ਹੋ ਤੁਹਾਡਾ ਮਨ ਨੈਚੁਰਲੀ ਬਦਲ ਜਾਂਦਾ ਹੈ। ਜੇ ਤੁਸੀਂ ਕਰਪਟ ਐਟਮੋਸਫੀਅਰ 'ਚ ਜਾਂਦੇ ਹੋ ਤੁਹਾਡਾ ਮਨ ਵਿਚਲਿਤ ਹੁੰਦਾ ਵੀ ਯਾਰ ਯਾਰ ਇਹ ਤਾਂ ਐਂ ਕਰੀ ਜਾਂਦੇ ਨੇ। ਠੀਕ ਹੈ, ਜਦੋਂ ਤੁਸੀਂ ਕਿਤੇ ਸਿਸਟਮੈਟਿਕ ਕੰਮ ਕਰਦੇ ਹੋ ਤੁਸੀਂ ਦੇਖੋ ਯਾਰ ਜਿਹੜੇ ਇੰਜੀਨੀਅਰਸ ਨੇ ਕਿੰਨੀਆਂ ਚੀਜ਼ਾਂ ਬਣਾਈਆਂ ਹੋਈਆਂ। ਤੁਸੀਂ ਦੇਖੋ ਇਹ ਗੌਰਮੈਂਟ ਆਫ ਇੰਡੀਆ ਦੀਆਂ ਨਾ ਰੋਡਵੇਜ਼ ਟਰਾਂਸਪੋਰਟੇਸ਼ਨ ਦੀਆਂ ਡਰਾਇੰਗਾਂ ਨੇ, ਇਹ ਵਾਲੀਆਂ, ਇਹ ਸਾਨੂੰ ਦੱਸਦੀਆਂ ਚੌਂਕ ਕਿੱਦਾਂ ਬਣਾਉਣੇ ਚਾਹੀਦੇ ਆ। ਠੀਕ ਹੈ, ਆਹ ਇੰਟਰਸੈਕਸ਼ਨ ਦੀਆਂ ਡਰਾਇੰਗਾਂ ਨੇ। ਠੀਕ ਹੈ, ਹਰ ਚੌਂਕ ਦੀ ਜੇ ਤੁਸੀਂ ਆਹ ਦੇਖੋ ਵੀ ਆਹ ਇੱਥੇ ਹੋਣਾ ਚਾਹੀਦਾ, ਇੰਨਾ ਰੇਡੀਅਸ ਚਾਹੀਦਾ, ਇੰਨੀ ਜਗ੍ਹਾ ਚਾਹੀਦੀ ਹੈ। ਜੇ ਇੱਦਾਂ ਦੇ ਚੌਂਕ ਬਣੇ ਹੋਣ, ਜੇ ਸਾਡੇ ਇੰਜੀਨੀਅਰਾਂ ਨੂੰ ਪਤਾ ਹੋਵੇ ਵੀ ਯਾਰ ਆਹ ਚੀਜ਼ ਦੇਣੀ ਹੈ, ਆਹ ਦੇਣੀ ਹੈ। ਇੱਥੇ ਮੇਰੇ ਗੁਆਂਢ 'ਚ ਇੱਕ ਚੌਂਕ ਬਣਿਆ। ਠੀਕ ਹੈ, ਆਪਣਾ ਇੱਥੇ ਆਪਾਂ ਨਾਂ ਚੱਲ ਹੁਣ ਨਹੀਂ ਲੈਂਦੇ ਉਹਦਾ, ਉਹ 4 ਵਾਰੀ ਟੁੱਟ ਗਿਆ। ਕਦੇ ਉਹ 'ਚ ਟਰੱਕ ਵੱਜਦਾ, ਕਦੇ ਕੁਛ ਵੱਜਦਾ, ਕਦੇ ਉਹਨੂੰ ਚੱਕ ਕੇ ਇੱਧਰ ਕਰ ਲੈਂਦੇ ਨੇ, ਕਦੇ ਉੱਧਰ ਕਰ ਲੈਂਦੇ ਨੇ। ਜੇ ਉਹ ਇੰਜੀਨੀਅਰ ਥੋੜ੍ਹਾ ਬਹੁਤ ਉਸ ਚੀਜ਼ ਨੂੰ ਇਹੋ ਜਿਹੀ ਕੋਈ ਡਿਜ਼ਾਈਨ ਮੈਨੂਅਲ ਦੇਖ ਲੈਣ ਤਾਂ ਉਹਨਾਂ ਨੂੰ ਇਹ ਸਮੱਸਿਆ ਨਾ ਆਵੇ, ਲੋਕਾਂ ਨੂੰ ਸਮੱਸਿਆ ਨਾ ਆਉਣ। ਠੀਕ ਹੈ, ਤੁਸੀਂ ਸਵੇਰੇ ਉੱਠਦੇ ਹੋ ਦੇਖਦੇ ਹੋ ਚੌਂਕ 'ਚ ਕੋਈ ਨਾ ਕੋਈ ਗੱਡੀ ਵੱਜੀ ਹੁੰਦੀ ਹੈ। ਠੀਕ ਹੈ, ਸਰਕਾਰ ਨੇ ਤਾਂ ਦੇਖੋ ਐਡਾ ਵਧੀਆ ਡਾਕੂਮੈਂਟ ਬਣਾ ਕੇ ਦਿੱਤਾ ਹੋਇਆ, ਚੌਂਕਾਂ ਦੀਆਂ ਡਰਾਇੰਗਾਂ ਨੇ ਇਹਦੇ 'ਚ। ਠੀਕ ਹੈ, ਹਾਂ, ਆਹ ਹਾਈਵੇ ਦੇ ਬ੍ਰਿਜਸ ਦੀਆਂ ਡਰਾਇੰਗਾਂ ਨੇ। ਠੀਕ ਹੈ, ਇਹ ਸਾਰੀਆਂ ਇਹ ਬਾਕਸ ਕਲਵਰਟ ਦੀਆਂ ਡਰਾਇੰਗਾਂ ਨੇ। ਠੀਕ ਹੈ, ਇਹ ਤੁਹਾਡੇ ਕਾਲਜ 'ਚ ਤੁਹਾਨੂੰ ਕੋਈ ਨਹੀਂ ਦਿਖਾਉਂਦੇ ਹੈਗੇ। ਠੀਕ ਹੈ, ਇਹ ਸਾਰਾ ਕੁਝ ਜੋ ਹੈ ਇਹ ਸਾਰਾ ਇਹਨਾਂ ਨੇ ਬਣਾ ਕੇ ਸੋਲਿਡ ਸਲੈਬ ਸਟਰਕਚਰ ਦਾ ਹੈਗਾ, ਇਹ ਡਰਾਇੰਗ ਬਣੀ ਹੋਈ ਹੈ। ਠੀਕ ਹੈ, ਇਹ ਜੇ ਤੁਸੀਂ ਇਹ ਡਰਾਇੰਗਾਂ ਪੜ੍ਹੋ ਅਤੇ ਇਹਨੂੰ ਸਮਝੋ, ਤੁਸੀਂ ਇੱਕ ਵਧੀਆ ਇੰਜੀਨੀਅਰ ਬਣ ਸਕਦੇ ਹੋ, ਇੱਕ ਵਧੀਆ ਦੇਸ਼ ਦਾ ਨਿਰਮਾਣ ਕਰ ਸਕਦੇ ਹੋ। ਠੀਕ ਹੈ, ਮਿਨਿਸਟਰੀ ਆਫ ਰੋਡ ਟਰਾਂਸਪੋਰਟੇਸ਼ਨ, ਇੰਡੀਅਨ ਰੋਡ ਕਾਂਗਰਸ, ਆਹ ਹੈਂਡਬੁੱਕ ਆਫ ਕੁਆਲਿਟੀ ਕੰਟਰੋਲ ਹੈ। ਛੋਟੀ ਜਿਹੀ ਕਿਤਾਬ ਇਸ ਕਰਕੇ ਬਣਾਈ ਹੈ ਵੀ ਤੁਹਾਨੂੰ ਮੌਕੇ 'ਤੇ ਕੋਈ ਚੀਜ਼ ਦੇਖਣੀ ਹੈ, ਕਿੰਨਾ ਇਹਦਾ ਬਿਚੂਮਨ ਦਾ ਟੈਂਪਰੇਚਰ ਰੱਖਣਾ, ਕੀ ਰੱਖਣਾ, ਤੁਸੀਂ ਇਹ ਕਰ ਸਕਦੇ ਹੋ। ਠੀਕ ਹੈ ਨਾ, ਆਹ ਦੇਖੋ ਇਹ ਫਿਰ ਪਾਕਟ ਬੁੱਕ ਬ੍ਰਿਜਸ ਦੇ ਲਈ ਹੈ, ਸੜਕਾਂ ਵਾਲਿਆਂ ਵਾਸਤੇ ਉਹ ਹੈ, ਬ੍ਰਿਜ ਵਾਲਿਆਂ ਵਾਸਤੇ ਇਹ ਹੈ। ਇਹ ਸਾਰਾ ਤੁਹਾਡਾ ਬੀਅਰਿੰਗ ਦਾ ਲੋਡ ਕੀ ਹੋਊਗਾ, ਕੀ ਚੀਜ਼ ਹੈ, ਤੁਸੀਂ ਖੜੇ ਖੜੇ ਉਸ ਟਾਈਮ ਦੇਖ ਸਕਦੇ ਹੋ, ਕਿਉਂਕਿ ਹਰ ਚੀਜ਼ ਜਿਹੜੀ ਹੈ ਤੁਹਾਡੇ ਕੋਲ ਯਾਦ ਨਹੀਂ ਹੁੰਦੀ। ਇਹ ਦੇਖੋ ਇਹ PWD ਅਕਾਊਂਟ ਦੀ ਬੁੱਕ ਹੈ। PWD ਅਕਾਊਂਟ ਦਾ ਮਤਲਬ ਇਹ ਹੈ ਵੀ ਤੁਸੀਂ ਕੰਮਾਂ ਦੇ ਖਰਚੇ, ਕੰਟਰੈਕਟਰ ਦੇ ਬਿੱਲ, ਇਹਨਾਂ ਚੀਜ਼ਾਂ ਦਾ ਅਕਾਊਂਟ ਕਿਵੇਂ ਰੱਖਣਾ ਹੈ। ਠੀਕ ਹੈ, ਜੇ ਤੁਸੀਂ ਇਹ ਚੀਜ਼ ਪੜ੍ਹੀ ਹੋਊਗੀ ਤੁਹਾਨੂੰ ਸਮਝ ਆ ਜਾਂਦੀ ਹੈ ਵੀ ਬਿਲਿੰਗ ਕੀ ਹੈ, ਰਨਿੰਗ ਬਿਲਿੰਗ ਕੀ ਹੈ, ਸਿਕਿਉਰਿਟੀ ਕੀ ਹੈ, ਕਲੇਮਸ ਕੀ ਨੇ। ਠੀਕ ਹੈ, ਆਹ ਇਨਵਾਇਰਨਮੈਂਟਲ ਇੰਪੈਕਟ ਅਸੈਸਮੈਂਟ ਹੈ, ਕੋਈ ਆਪਾਂ ਕੰਮ ਕਰਦੇ ਹਾਂ ਉਹਦਾ ਇਨਵਾਇਰਨਮੈਂਟ 'ਤੇ ਕੀ ਅਸਰ ਪਊਗਾ। ਸਾਡੇ ਸ਼ਹਿਰ ਦੇ ਵਿੱਚ ਸੜਕਾਂ ਬਣਦੀਆਂ ਨੇ, ਲੋਕ ਵਿਚਾਰੇ ਨਾਲ ਦਰਖਤ ਸੜ ਜਾਂਦੇ ਨੇ, ਰੇਤਾ ਮਿੱਟੀ ਪੈ ਪੈ ਕੇ ਲੋਕਾਂ ਦਾ ਧੂਆਂ ਨਾਲ ਬੁਰਾ ਹਾਲ ਹੋ ਜਾਂਦਾ। ਇੱਕ ਸੜਕ ਬਣਾ ਕੇ ਅਸੀਂ ਮੇਰੇ ਖਿਆਲ 'ਚ ਜਿਹੜੇ ਸੜਕ ਬਣਦੀ ਹੈ ਉਹ ਸਾਰੇ ਲੋਕਾਂ ਦੀ ਸਿਹਤ ਦਾ ਮਾਰ ਦਿੰਦੇ ਆ ਨਾਸ। ਠੀਕ ਹੈ, ਉਹ ਇਹੋ ਜਿਹੀਆਂ ਸੜਕਾਂ ਦਾ ਕੀ ਫਾਇਦਾ, ਕੱਚੀਆਂ ਠੀਕ ਸੀਗੀਆਂ। ਆਹ ਦੇਖੋ ਬਿਲਡਿੰਗਾਂ 'ਚ ਕਰੈਕ ਆਉਂਦੇ ਨੇ, ਐਡਾ ਵੱਡਾ ਡਾਕੂਮੈਂਟ ਹੈ ਪ੍ਰੀਵੈਂਸ਼ਨ ਆਫ ਕਰੈਕਸ ਇਨ ਬਿਲਡਿੰਗ। ਠੀਕ ਹੈ, ਕੰਕਰੀਟ ਦੀ ਕੁਆਲਿਟੀ ਦਾ ਹਮੇਸ਼ਾ ਰੌਲਾ ਪੈਂਦਾ ਰਹਿੰਦਾ ਹੈ। ਇਹ ਹੈਂਡਬੁੱਕ ਆਫ ਕੰਕਰੀਟ ਮਿਕਸਿਸ ਦੀ ਹੈ। ਤੁਹਾਨੂੰ ਇੱਦਾਂ ਦੀਆਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਜੇ ਤੁਸੀਂ ਫੀਲਡ ਦੇ ਵਿੱਚ ਇੱਕ ਕਾਮਯਾਬ ਇੰਜੀਨੀਅਰ ਬਣਨਾ। ਠੀਕ ਹੈ, ਪੜ੍ਹੋਗੇ ਤੁਸੀਂ ਤਾਂ ਜੇ ਤੁਸੀਂ ਉੱਥੇ ਕੰਮ ਕਰੋਗੇ। ਠੀਕ ਹੈ, ਇਸ ਕਰਕੇ ਜਦੋਂ ਵੀ ਤੁਸੀਂ ਕਿਸੇ ਕੰਮ ਨਾਲ ਜੁੜਨਾ ਤਾਂ ਇਹ ਮਨ ਰੱਖ ਕੇ ਆਓ ਕਿ ਜੋ ਤੁਸੀਂ ਕਾਲਜ ਦੇ ਵਿੱਚ ਪੜ੍ਹਿਆ ਉਹ ਤੁਹਾਡਾ ਇੱਕ ਬੇਸ ਹੈ, ਉੱਥੇ ਤੁਸੀਂ ਊੜਾ ਆੜਾ ਸਿੱਖਿਆ। ਠੀਕ ਹੈ,
ਜਿਹੜੇ ਲੇਖ ਲਿਖਣੇ ਨੇ, ਕਵਿਤਾਵਾਂ ਲਿਖਣੀਆਂ ਨੇ, ਉਹ ਤੁਸੀਂ ਇੱਥੇ ਆ ਕੇ ਸਿੱਖੋਗੇ। ਆ ਇੱਦਾਂ ਦੇ ਵਰਕ ਮੈਨੂਅਲ ਹੁੰਦੇ ਆ ਨੈਸ਼ਨਲ ਹਾਈਵੇ ਅਥਾਰਟੀ ਦੇ। ਤੁਸੀਂ ਕਹਿੰਦੇ ਹੋ ਕਿ ਕੰਮ ਠੀਕ ਨਹੀਂ ਕਰਦੇ, ਠੀਕ ਹੈ, ਤੁਹਾਡਾ ਅਕਸਰ ਇਹ ਹੁੰਦਾ ਜੀ ਨੈਸ਼ਨਲ ਹਾਈਵੇ ਵਾਲੇ ਕੰਮ ਠੀਕ ਨਹੀਂ ਕਰਦੇ, ਉਹ ਆ ਉਹਨਾਂ ਦਾ ਵਰਕ ਮੈਨੂਅਲ ਹੈ, ਠੀਕ ਹੈ। ਇਹਦੇ ਵਿੱਚ ਹਰ ਚੀਜ਼ ਲਿਖੀ ਹੋਈ ਹੈ। ਕਰੈਕਸ਼ਨ ਆਫ ਐਰਰਸ ਕਿਵੇਂ ਨੇ, ਕਲੈਰੀਫਿਕੇਸ਼ਨ ਆਫ ਬਿਡਸ ਕੀ ਹੈ, ਕਿੱਥੇ ਕੋਈ ਰੌਲਾ ਪੈ ਜੇ ਉਹਨੂੰ ਕਿੱਦਾਂ ਕਰਨਾ ਹੈ, ਕੀ ਐਕਸੈਪਟੇਬਿਲਿਟੀ ਹੈ, ਕਿੰਨਾ ਉਹ ਘੱਟ ਹੋ ਸਕਦਾ ਹੈ, ਕਿੰਨਾ ਵੱਧ ਹੋ ਸਕਦਾ ਹੈ, ਠੀਕ ਹੈ। ਜੇ ਉਹ ਇਹਦੇ ਵਿੱਚ ਆਉਂਦਾ ਤਾਂ ਉਹ ਪਾਸ ਹੋ ਜਾਊਗਾ, ਜੇ ਉਹਦੇ ਵਿੱਚ ਨਹੀਂ ਆਉਂਦਾ ਤਾਂ ਉਹ ਫੇਲ ਹੋ ਜਾਊਗਾ। ਜਿਹੜਾ ਇੱਕ ਚੰਗਾ ਇੰਜੀਨੀਅਰ ਕੰਟਰੈਕਟਰ ਕੋਲੇ ਕੰਮ ਕਰਦਾ ਉਹ ਮਿਨੀਮਮ ਲੈਵਲ 'ਤੇ ਕੰਮ ਕਰਦਾ। ਉਹ ਕਹਿੰਦਾ ਵੀ ਜੇ 4 mm ਪਲੱਸ ਮਾਈਨਸ ਅਲਾਊਡ ਹੈ 40 mm BC 'ਚ, ਤਾਂ ਉਹ 4 mm ਪਲੱਸ ਨਹੀਂ ਪਾਊਗਾ, ਉਹ ਮਾਈਨਸ ਹੀ ਪਾਊਗਾ। ਪਰ ਉਹਦੀ ਇਹ ਕਲਾ ਹੋਊਗੀ ਕਿ ਉਹ 4 ਹੀ ਹੋਊਗਾ, 5 ਨਹੀਂ ਹੋਊਗਾ। ਜੇ 5 mm ਲੈਸ ਹੋ ਗਿਆ ਵਰਕ ਰਿਜੈਕਟ ਹੋ ਜਾਣਾ, ਫਿਰ ਦੁਬਾਰਾ ਕਰਨਾ ਪੈਣਾ, ਠੀਕ ਹੈ ਨਾ। ਉਹਨੇ 1-2 mm ਘੱਟ ਪਾਉਣਾ, ਠੀਕ ਹੈ। ਉਸ ਚੱਕਰ ਦੇ ਵਿੱਚ ਵੀ ਮੇਰਾ ਮਾਲ ਵੱਧ ਨਾ ਲੱਗੇ, ਮੇਰੀ ਕੁਆਲਿਟੀ ਦਾ, ਕਿਉਂਕਿ ਫਿਰ ਉਹਦੀ ਜੋਬ ਨੂੰ ਖਤਰਾ ਹੋ ਜਾਂਦਾ ਵੀ ਤੂੰ ਯਾਰ ਇੰਨਾ ਨੁਕਸਾਨ ਕਰਾਤਾ। ਇਸ ਕਰਕੇ ਉਹ ਜਿਹੜੀ ਮਿਨੀਮਮ ਪਰਮਿਸਿਬਲ ਹੈ ਨਾ, ਹਾਂ, ਉਹ ਪੜ੍ਹ ਕੇ ਉਹ ਕੰਮ ਕਰਦੇ ਨੇ। ਇਹ ਮੈਨੂਅਲ ਦੇ ਵਿੱਚ ਲਿਖਿਆ ਹੁੰਦਾ ਹੈ। ਪਰ ਕੋਈ ਵੀ ਇੰਜੀਨੀਅਰ ਜਿਹੜਾ ਹੈ ਨਾ ਰਿਜੈਕਟਡ ਵਰਕ ਐਕਸੈਪਟ ਨਹੀਂ ਕਰਦਾ। ਜੇ ਥਿਕਨੈਸ ਘੱਟ ਹੋਊਗੀ ਨਾ ਉਹਨੂੰ ਉਹ ਐਕਸੈਪਟ ਨਹੀਂ ਕਰਦਾ। ਪਰ ਜਿਹੜੀ ਵਰਕਮੈਨਸ਼ਿਪ ਹੈ ਉਹ ਜਿਹੜੀ ਆ ਉਹ ਅਕਸਰ ਕਈ ਵਾਰੀ ਇਗਨੋਰ ਹੋ ਜਾਂਦੀ ਹੈ, ਕਿਉਂਕਿ ਜਿਵੇਂ ਤੁਸੀਂ ਕੋਈ ਕੰਮ ਕੀਤਾ ਉਹਦੇ ਵਿੱਚ ਟੋਲਰੈਂਸ ਹੈ ਕਿ ਐਂਡੂਲੇਸ਼ਨ 10 mm ਅਲਾਊਡ ਹੈ, ਠੀਕ ਹੈ। ਉਹ 10 ਦੀ mm ਕਈ ਵਾਰੀ 15 ਵੀ ਹੋ ਜਾਂਦੀਆਂ, ਕਈ ਵਾਰੀ 20 ਵੀ ਹੋ ਜਾਂਦੀਆਂ। ਸੈਗਰੀਗੇਸ਼ਨ ਹੈ, ਨਾਰਮਲੀ ਦੇਖਣ ਨੂੰ ਬੁਰੀ ਲੱਗਦੀ ਹੈ, ਠੀਕ ਹੈ। ਉਹ ਇੱਦਾਂ ਦੀਆਂ ਹੋ ਜਾਂਦੀਆਂ ਨੇ। ਉਹ ਤੁਹਾਡੀ ਸਮੱਸਿਆ ਇਹ ਹੈ ਕਿ ਜੇ ਤੁਹਾਡਾ ਉੱਥੇ ਕੰਮ ਦਾ ਐਟਮੋਸਫੀਅਰ ਇੰਨਾ ਵਧੀਆ ਨਹੀਂ ਹੈਗਾ, ਜਿਹੜਾ ਪ੍ਰੋਜੈਕਟ ਮੈਨੇਜਰ ਹੈ ਉਹਦੀ ਲੇਬਰ ਨਾਲ ਨਹੀਂ ਬਣਦੀ, ਕਿਸੇ ਦੀ ਸੁਪਰਵਾਈਜ਼ਰ ਨਾਲ ਨਹੀਂ ਬਣਦੀ, ਤੁਹਾਡੇ ਕੋਲ ਅਨਟ੍ਰੇਨਡ ਸਟਾਫ ਹੈ, ਕੁਛ ਕੁ ਬੰਦੇ ਤੁਹਾਡੇ ਕੋਲ ਜ਼ਿਆਦਾ ਕੁਆਲਿਟੀ ਕੌਨਸ਼ੀਅਸ ਨੇ, ਕੁਛ ਜ਼ਿਆਦਾ ਲਾਪਰਵਾਹ ਨੇ, ਉੱਥੇ ਫਿਰ ਉਹ ਪਾਰਟੀਬਾਜ਼ੀ ਉਹਨਾਂ ਚੀਜ਼ਾਂ ਦਾ ਜਿਹੜਾ ਇਫੈਕਟ ਹੈ ਉਹ ਸਾਰਾ ਕੰਮ ਨੂੰ ਸਫਰ ਕਰਦਾ ਹੈ। ਉਹਦੇ ਲਈ ਫਿਰ ਸਪੈਸ਼ਲ ਕਿਤਾਬਾਂ ਅਲੱਗ ਛਪੀਆਂ ਹੈਗੀਆਂ ਮੈਨੇਜਮੈਂਟ ਦੀਆਂ ਕਿ ਸਾਈਟ ਦੇ ਉੱਤੇ ਤੁਸੀਂ ਵਰਕ ਮੈਨੇਜਮੈਂਟ ਕਿੱਦਾਂ ਕਰਨੀ ਹੈ, ਠੀਕ ਹੈ। ਇਹ ਸਾਰੀਆਂ ਤੁਹਾਡੇ ਕੋਲ ਜੇ ਕੋਈ ਗਾਈਡਲਾਈਨਸ ਨੇ, ਹੁਣ ਇਹ ਸਾਰੀਆਂ ਗਾਈਡਲਾਈਨ ਸਾਰਾ ਕੁਝ ਇੱਕ ਬੰਦਾ ਨਹੀਂ ਪੜ੍ਹ ਸਕਦਾ, ਠੀਕ ਹੈ। ਕੋਈ ਬੰਦਾ ਬ੍ਰਿਜ ਦੇ ਵਿੱਚ ਜਾਣਾ ਚਾਹੁੰਦਾ ਹੈ, ਉਹਦੇ ਲਈ ਅਲੱਗ ਨੇ, ਠੀਕ ਹੈ। ਕੋਈ ਬੰਦਾ ਕੁਆਲਿਟੀ ਜਾਣਾ ਚਾਹੁੰਦਾ ਉਹਦੇ ਲਈ ਅਲੱਗ ਨੇ, ਠੀਕ ਹੈ। ਕੋਈ ਮੈਨੂਅਲ ਕੰਸਟਰਕਸ਼ਨ ਦੇ ਵਿੱਚ ਜਾਣਾ ਚਾਹੁੰਦਾ ਉਹ ਅਲੱਗ ਨੇ, ਠੀਕ ਹੈ। ਇਸ ਕਰਕੇ ਤੁਸੀਂ ਜਦੋਂ ਵੀ ਅਲੱਗ-ਅਲੱਗ ਫੀਲਡ ਤੁਸੀਂ ਚੂਜ਼ ਕਰੋ ਆਪਣਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਜੋ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੁਸੀਂ ਉਸ ਨੂੰ ਐਕਸਪਲੋਰ ਕਰੋ, ਪੜ੍ਹੋ। ਜੋਬਸ ਦਾ ਕੋਈ ਘਾਟਾ ਨਹੀਂ ਹੈ। ਘਾਟਾ ਤਾਂ ਫੀਲਡ ਦੇ ਵਿੱਚ ਇਹ ਹੈ ਕਿ ਜੋ ਗੈਪ ਹੈ ਕਾਲਜ ਦੀ ਐਜੂਕੇਸ਼ਨ ਦਾ ਅਤੇ ਫੀਲਡ ਦੀ ਐਪਲੀਕੇਸ਼ਨਸ ਦਾ, ਮਸਲਾ ਉਸ ਚੀਜ਼ ਦਾ। ਉਹ ਬੱਚਿਆਂ 'ਚ ਕੌਨਫੀਡੈਂਸ ਨਹੀਂ ਹੁੰਦਾ, ਫਿਰ ਉਹ ਜਾ ਕੇ ਕਿਤੇ ਨਾ ਕਿਤੇ ਸ਼ੁਰੂ ਕਰਦੇ ਨੇ ਜੋਬ। ਮੋਸਟ ਆਫ ਦਾ ਲਾਈਫ ਉਹਨਾਂ ਦੀ ਐਂ ਨਿਕਲ ਜਾਂਦੀ ਹੈ, ਬਾਅਦ 'ਚ ਚੀਜ਼ਾਂ ਭੁੱਲ ਵੀ ਜਾਂਦੀਆਂ। ਜੇ ਤੁਹਾਡਾ ਬੇਸ ਪ੍ਰੋਪਰ ਹੋਵੇ ਤੁਸੀਂ ਬਹੁਤ ਵਧੀਆ ਜੋਬਸ ਲੈ ਸਕਦੇ ਹੋ, ਦੇਸ਼ ਦੇ ਨਿਰਮਾਣ 'ਚ ਤੁਸੀਂ ਹਿੱਸਾ ਪਾ ਸਕਦੇ ਹੋ, ਕੁਆਲਿਟੀ ਇੰਪਰੂਵ ਕਰ ਸਕਦੇ ਹੋ। ਕੋਈ ਠੇਕੇਦਾਰ ਨਹੀਂ ਚਾਹੁੰਦਾ ਕੰਮ ਮਾੜਾ ਹੋਵੇ, ਕੋਈ ਇੰਜੀਨੀਅਰ ਨਹੀਂ ਚਾਹੁੰਦਾ ਕੰਮ ਮਾੜਾ ਹੋਵੇ, ਕੋਈ ਨਹੀਂ ਚਾਹੁੰਦਾ। ਪਰ ਕੰਮ ਠੀਕ ਕਰਨ ਦੇ ਲਈ ਇੱਕ ਚੰਗੀ ਟੀਮ ਵਰਕ ਦੀ ਰਿਕੁਆਇਰਮੈਂਟ ਹੁੰਦੀ ਹੈ। ਸਾਰਾ ਇੱਕ ਇਨਫਰਾਸਟਰਕਚਰ, ਇਹ ਇੰਨੇ ਵੱਡੇ ਨੋਰਮਸ ਨੇ, ਇਹਨਾਂ ਤੋਂ ਕੋਈ ਭੱਜ ਨਹੀਂ ਸਕਦਾ, ਠੀਕ ਹੈ ਨਾ। ਜੇ ਤੁਸੀਂ ਕਿਸੇ ਨੂੰ ਕਹੋ ਵੀ ਆਹ ਕੁਆਲਿਟੀ ਆਫ ਡਿਜ਼ਾਈਨ ਆਫ ਸਮਾਲ ਕਲਵਰਟਸ ਦੇ ਹਿਸਾਬ ਨਾਲ ਇੱਦਾਂ ਦਾ ਬ੍ਰਿਜ ਬਣਨਾ ਚਾਹੀਦਾ, ਠੀਕ ਹੈ। ਤੁਸੀਂ ਪਿਛਲੇ ਵਾਰੀ ਮੈਨੂੰ ਪੁੱਛ ਰਹੇ ਸੀਗੇ ਵੀ ਉਹ ਸਸਤਾ ਕਿਵੇਂ ਕੰਮ ਕਰ ਲੈਂਦੇ ਨੇ ਕਾਰਸੇਵਾ ਵਾਲੇ ਬਾਬੇ, ਜਿਹੜਾ ਬ੍ਰਿਜ ਬਣਾਉਂਦੇ ਆ। ਉਹ ਕਾਰਸੇਵਾ ਵਾਲੇ ਬਾਬੇ ਇਹ ਸਾਰੇ ਕੋਡਸ ਨੂੰ ਫੋਲੋ ਨਹੀਂ ਨਾ ਕਰਦੇ, ਠੀਕ ਹੈ। ਜੇ ਤੁਸੀਂ ਇਹ ਕੋਡਸ ਨੂੰ ਫੋਲੋ ਕਰੋਗੇ ਤਾਂ ਹੀ ਹੈ ਨਾ। ਇਹ 100 ਸਾਲ ਡਿਜ਼ਾਈਨ ਦੇ ਲਈ ਬਣੇ ਹੋਏ ਨੇ, ਠੀਕ ਹੈ ਨਾ। ਇਹ ਜਿਹੜੀਆਂ ਸਟਰਕਚਰ ਤੁਸੀਂ ਬਣਾਓਗੇ ਇਹਨਾਂ ਨੂੰ ਫੋਲੋ ਕਰਕੇ ਉਹਨਾਂ ਦੀ ਲਾਈਫ 100 ਸਾਲ ਹੈ, ਠੀਕ ਹੈ। ਬਾਬਾ ਜੀ ਜਿਹੜੇ ਬਣਾ ਰਹੇ ਨੇ ਉਹ ਬਾਬਾ ਜੀ ਇੱਕ ਲੋਕਾਂ ਦੇ ਲੰਘਣ ਲਈ ਇੱਕ ਥੋੜ੍ਹਾ ਜਿਹਾ ਟਾਈਮ ਬੀਇੰਗ ਰਾਹਤ ਦੇ ਰਹੇ ਨੇ, 5 ਸਾਲ 10 ਸਾਲ। ਮੈਂ ਬਹੁਤੇ ਬਣੇ ਦੇਖੇ ਨੇ ਜਿਹੜੇ ਉਹ ਕਾਰ ਸੇਵਾ ਵਾਲੇ ਬਾਬਾ ਜੀ ਬਣਾਉਂਦੇ ਨੇ। ਉਹ ਪਹਿਲੀ ਬਾਰਿਸ਼ ਜਾਂ ਦੂਜੀ ਬਾਰਿਸ਼ 'ਚ ਉੱਡ ਜਾਂਦੇ ਨੇ, ਡਰਾਈ ਵੈਦਰ 'ਚ। ਚਲੋ ਲੋਕਾਂ ਲਈ ਸੌਖਾ ਹੈਗਾ, ਚੱਲੀ ਜਾਂਦਾ, ਠੀਕ ਹੈ ਨਾ। ਪਰ ਆਪਾਂ ਜਦੋਂ ਇੱਕ ਪਬਲਿਕ ਸੈਕਟਰ 'ਚ ਕੰਮ ਕਰਨਾ ਹੁੰਦਾ ਤਾਂ ਉਸ ਟਾਈਮ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਰੱਖਣੀਆਂ ਨੇ। ਜੇ ਤੁਹਾਡਾ ਡਿਜ਼ਾਈਨ ਲਾਈਫ 100 ਸਾਲ ਹੈ, 50 ਸਾਲ ਹੈ, ਬਿਲਡਿੰਗਾਂ ਅਸੀਂ 50 ਸਾਲ ਲਈ ਡਿਜ਼ਾਈਨ ਕਰਦੇ ਹਾਂ, ਹੌਸਪੀਟਲ ਅਸੀਂ 100 ਸਾਲ ਲਈ ਡਿਜ਼ਾਈਨ ਕਰਦੇ ਹਾਂ, ਪੁਲ ਅਸੀਂ 100 ਸਾਲ ਲਈ ਡਿਜ਼ਾਈਨ ਕਰਦੇ ਹਾਂ, ਰੇਲਵੇ ਇਨਫਰਾਸਟਰਕਚਰ 70 ਸਾਲ ਲਈ ਡਿਜ਼ਾਈਨ ਕਰਦੇ ਹਾਂ, ਠੀਕ ਹੈ। ਉਹ ਸਾਰੀਆਂ ਚੀਜ਼ਾਂ ਦੇ ਲਈ ਅਲੱਗ-ਅਲੱਗ ਤੁਹਾਡੇ ਕੋਲ ਰੂਲਸ ਨੇ, ਠੀਕ ਹੈ। ਇਹ ਨਹੀਂ ਹੈਗਾ ਕਿ ਅਸੀਂ ਸੀਮੈਂਟ ਕੰਕਰੀਟ 20 ਸਾਲ ਵਾਲੀ ਬਿਲਡਿੰਗ 'ਚ ਵੀ ਉਹੀ ਪਾਈ ਜਾਂਦੇ ਹਾਂ, ਪੁਲ 'ਚ ਵੀ ਉਹੀ ਪਾਈ ਜਾਂਦੇ ਹਾਂ, ਠੀਕ ਹੈ।
ਉਹ ਇਸ ਕਰਕੇ ਕਿਉਂ ਪਾਈ ਜਾਂਦੇ ਆ, ਕਿਉਂਕਿ ਇਸ ਲਿਟਰੇਚਰ ਨੂੰ ਕੋਈ ਪੜ੍ਹਦਾ ਨਹੀਂ। ਜੀ ਸਰ, ਜੇ ਕੋਈ ਇੰਜੀਨੀਅਰ ਜੇ ਇਹਨਾਂ ਗਾਈਡਲਾਈਨ ਨੂੰ ਜਾਂ ਬੁੱਕਸ ਨੂੰ ਜਾਂ ਕੋਡ ਨੂੰ ਪੜ੍ਹ ਲੈਂਦਾ ਪ੍ਰੋਪਰ ਤਰੀਕੇ ਨਾਲ, ਤੇ ਜੇ ਉਹਨੂੰ ਨੌਲੇਜ ਮਿਲ ਜਾਂਦੀ ਹੈ ਤਾਂ ਉਹਦਾ ਜੋਬ ਤਾਂ ਪੱਕਾ ਹੀ ਹੁੰਦਾ। ਉਹੇ ਜਿਹੇ ਬੰਦਿਆਂ ਨੂੰ ਲੋਕ ਦੀਵਾ ਲੈ ਕੇ ਲੱਭ ਰਹੇ ਨੇ, ਜੋਬ ਪੱਕੀ ਨਹੀਂ ਹੈ। ਠੀਕ ਹੈ ਸਰ। ਬੰਦੇ ਮਿਲਦੇ ਨਹੀਂ। ਠੀਕ ਹੈ ਜੀ। ਜਿਹੜੇ ਬੰਦੇ ਨੂੰ ਨੌਲੇਜ ਹੈ, ਅੱਜ ਤੁਹਾਡੇ ਕੋਲ ਬਿਲਿੰਗ ਇੰਜੀਨੀਅਰ ਮਿਲਦਾ ਨਹੀਂ। ਠੀਕ ਹੈ, ਹਾਂਜੀ। ਲੱਭੋ ਤੁਸੀਂ ਬਿਲਿੰਗ ਇੰਜੀਨੀਅਰ, ਲਿਆਓ ਮੇਰੇ ਕੋਲ, ਲਿਆਓ, ਮੈਂ ਹੁਣੇ ਜੋਬ ਲਵਾਉਣਾ ਉਹਦੀ। ਠੀਕ ਹੈ ਨਾ। ਹਾਂ, ਤੁਹਾਨੂੰ ਕੋਈ ਇਨਵਾਇਰਨਮੈਂਟ ਦਾ, ਸੇਫਟੀ ਦਾ ਬੰਦਾ ਹੀ ਨਹੀਂ ਮਿਲਦਾ ਜੀ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਜੇ ਪੁੱਛੀਦਾ ਸੇਫਟੀ ਕੀ ਹੁੰਦੀ ਹੈ। ਜੀ ਸਰ। ਠੀਕ ਹੈ, ਉਹ ਸਿਰ 'ਤੇ ਹੈਲਮਟ ਲੈਣ ਨੂੰ ਹੀ ਸੇਫਟੀ ਸਮਝਦੇ ਆ। ਜੀ। ਹਰ ਚੀਜ਼ ਦਾ ਜੇ ਕੁਆਲਿਟੀ ਦੇ ਨੋਰਮਸ ਨੇ। ਠੀਕ ਹੈ, ਆਹ ਦੇਖੋ ਹੈਂਡਬੁੱਕ ਔਨ ਕੰਕਰੀਟ ਮਿਕਸਿਸ ਹੈ। ਠੀਕ ਹੈ, ਇਹ ਐਡੀ ਵੱਡੀ ਕਿਤਾਬ ਛਪਾਈ ਹੈ। ਇਹ ਤੁਸੀਂ ਨਾ ਕਿਸੇ ਨੂੰ ਪੁੱਛ ਕੇ ਦੇਖੋ, ਇਹਦੇ ਵਿੱਚ ਸਾਰਾ ਕੁਝ ਉਹਨਾਂ ਨੇ ਐਨਾਲਿਸਿਸ ਕੀਤਾ ਹੈ ਵੀ ਕੀ ਤੁਸੀਂ ਕਰੋਗੇ ਤਾਂ ਉਹਦਾ ਕੰਕਰੀਟ ਦੀ ਲਾਈਫ 'ਤੇ ਕੀ ਅਸਰ ਹੋਊਗਾ। ਠੀਕ ਹੈ, ਇੰਨੇ ਉਹ ਬੰਦੇ ਨੇ ਗ੍ਰਾਫ ਡਰਾ ਕੀਤੇ ਆ। ਜਿਹੜਾ ਬੰਦਾ ਇਸ ਚੀਜ਼ ਨੂੰ ਸਮਝਦਾ ਹੈ, ਉਹਦੀ ਬਣਾਈ ਹੋਈ ਕੰਕਰੀਟ ਕਿਤੇ ਨਹੀਂ ਜਾਂਦੀ ਹੈਗੀ। ਇਸ ਕਰਕੇ ਜਿਹੜਾ ਬੰਦੇ ਨੂੰ ਨੌਲੇਜ ਹੈ, ਇਹ ਦੇਖੋ ਸਦੀਆਂ ਦਾ ਚੱਲਿਆ ਆਇਆ ਗਿਆਨ ਹੈ। ਇੱਕ ਬੰਦੇ ਨੇ ਕੰਮ ਕੀਤਾ, ਉਹਨੇ ਲਿਖਿਆ, ਦੂਜੇ ਨੇ ਪੜ੍ਹਿਆ। ਠੀਕ ਹੈ, ਮਤਲਬ ਜੋ ਨੌਲੇਜ ਸਾਡੇ ਲੱਕੜਦਾਦੇ ਨੂੰ ਸੀਗੀ ਇੰਜੀਨੀਅਰਾਂ ਦੇ, ਠੀਕ ਹੈ, ਉਹਨੇ ਉਹ ਲਿਖਿਆ ਵੀ ਯਾਰ ਜੇ ਐਂ ਕਰੋਗੇ ਤਾਂ ਐਂ ਹੋ ਜਾਊਗਾ ਅਤੇ ਇਹਦਾ ਆਹ ਨੁਕਸਾਨ ਹੈ। ਉਹਨੇ ਕਰਤਾ, ਤੁਸੀਂ ਉਦੋਂ ਅੱਗੇ ਚੱਲਣਾ ਹੈ, ਤੁਸੀਂ ਉਦੋਂ ਅੱਗੇ ਚੱਲਣਾ ਹੈ। ਹਰ ਚੀਜ਼ ਦਾ ਇਫੈਕਟ ਹੈਗਾ, ਤੁਸੀਂ ਉਹ ਕੰਟੀਨਿਊਸ ਇੰਪਰੂਵਮੈਂਟ ਹੈ। ਠੀਕ ਹੈ ਨਾ। ਕੋਈ ਜ਼ਮਾਨਾ ਹੁੰਦਾ ਸੀਗਾ ਜਦੋਂ ਤੁਸੀਂ ਦੇਖਦੇ ਸੀਗੇ ਵੀ ਆਹ ਹੁਣ ਦੇਖੋ ਫੋਨ ਆ ਗਏ, ਫੋਨ ਦੀ ਕਿੰਨੀ ਇੰਪਰੂਵਮੈਂਟ ਹੈ। ਜੇ ਤੁਸੀਂ 1990 ਦੇ ਫੋਨ ਦੇਖੋਗੇ ਉਹਨਾਂ 'ਚ ਕੀ ਹੁੰਦਾ ਸੀਗਾ, ਅਤੇ ਹੁਣ ਅੱਜ ਦੇ ਫੋਨ ਦੇ ਵਿੱਚ ਕੀ ਨਹੀਂ ਹੈਗਾ, ਸਭ ਕੁਛ ਹੈ ਨਾ। ਅਤੇ ਹੁਣ ਜੇ ਤੁਸੀਂ ਕਹੋ ਕਿ ਅਸੀਂ ਉਹ ਪਿੱਛੇ ਵਾਲੇ 'ਤੇ ਚੱਲਣਾ ਹੈ, ਵੀ ਜਦੋਂ ਮੈਂ ਡਿਗਰੀ ਕੀਤੀ ਸੀਗੀ ਉਦੋਂ ਤਾਂ ਨੋਕੀਆ ਹੁੰਦਾ ਸੀਗਾ। ਠੀਕ ਹੈ, ਉਹ ਉਹਦੇ 'ਚ ਬਟਨਾਂ ਜਿਹੇ ਵਾਲਾ, ਉਹ ਫਿਰ ਕਹੂਗਾ ਜੀ ਅੱਜ ਕੱਲ੍ਹ ਤਾਂ ਜੀ ਇਹ ਚੱਲਦੇ ਆ, ਜੇ ਇਹ ਤੁਹਾਨੂੰ ਇਹਦੇ ਬਾਰੇ ਨੌਲੇਜ ਹੈਗੀ ਤਾਂ ਸਾਡੇ ਕੋਲ ਆ ਜਾਓ। ਠੀਕ ਹੈ। ਹਾਂ, ਅੱਗੇ ਆਪਾਂ ਬਲਦਾਂ ਨਾਲ ਖੇਤੀ ਕਰਦੇ ਸੀਗੇ, ਹੁਣ ਟਰੈਕਟਰ ਨਾਲ ਕਰਦੇ ਹਾਂ। ਠੀਕ ਹੈ, ਹੁਣ ਜੇ ਤੁਹਾਡੇ ਬੰਦੇ ਨੂੰ, ਕੰਮ ਵਾਲੇ ਨੂੰ ਟਰੈਕਟਰ ਨਹੀਂ ਚਲਾਉਣਾ ਆਉਂਦਾ, ਉਹ ਕਹੇ ਜੀ ਮੈਂ ਤਾਂ ਬਲਦਾਂ ਨਾਲ ਹਲ ਚਲਾਏ ਨੇ। ਠੀਕ ਹੈ, ਟਰੈਕਟਰ ਤਾਂ ਮੈਨੂੰ ਚਲਾਉਣਾ ਨਹੀਂ ਆਉਂਦਾ, ਰੱਖ ਲਓਗੇ ਉਹਨੂੰ? ਬਸ ਇਹ ਹੈ ਨਾ, ਜੇ ਤੁਸੀਂ ਟਾਈਮ ਦੇ ਨਾਲ ਨਹੀਂ ਚੇਂਜ ਹੋਵੋਗੇ। ਇਹ ਪੜ੍ਹਾਈ ਸਾਡੀ, ਤੁਸੀਂ ਦੇਖੋ ਜਦੋਂ ਮੈਂ ਐਡਮਿਸ਼ਨ ਲਿਆ ਸੀਗਾ ਉਦੋਂ ਵੀ ਇਹੀ ਕਿਤਾਬਾਂ ਚੱਲਦੀਆਂ ਸੀਗੀਆਂ, ਅੱਜ ਵੀ ਇਹੀ ਚੱਲਦੀਆਂ। ਠੀਕ ਹੈ, ਇਹਦੇ ਇਨ ਬਿਟਵੀਨ ਜ਼ਮਾਨਾ ਬਦਲ ਗਿਆ। 1990 ਦੀ ਕਿਤਾਬ ਹੈ। ਠੀਕ ਹੈ, ਜਦੋਂ ਅਸੀਂ ਪੜ੍ਹਦੇ ਸੀ 1970 'ਚ ਕੋਡ ਹੁੰਦੇ ਸੀਗੇ, ਬੜੇ ਕੋਡ ਨੇ ਜਿਹੜੇ ਬਹੁਤ, ਇਹਨਾਂ 'ਚ ਵੀ ਅਜੇ ਬਹੁਤ ਪੁਰਾਣੇ ਕੋਡ ਨੇ। ਠੀਕ ਹੈ, ਆਹ ਦੇਖੋ 1970 ਦਾ ਕੋਡ ਹੈ, ਕੋਡ ਆਫ ਅਰਥਵਰਕ ਇਨ ਐਮਬੈਂਕਮੈਂਟ। ਠੀਕ ਹੈ, ਇਹ ਅੱਜ ਵੀ ਚੱਲ ਰਿਹਾ ਕਿਉਂਕਿ ਇਹ ਅਰਥਵਰਕ ਐਮਬੈਂਕਮੈਂਟ ਦਾ ਕੋਡ ਹੈ। ਇਹ ਉਹਦੇ 'ਚ ਅਸੀਂ ਕੋਈ ਟੈਕਨੀਕ ਚੇਂਜ ਨਹੀਂ ਕੀਤੀ। ਹੁਣ ਅਸੀਂ ਜੀਓ ਟੈਕਸਟਾਈਲ ਯੂਜ਼ ਕਰਨ ਲੱਗ ਗਏ। ਜੀਓ ਟੈਕਸਟਾਈਲ ਦੇ ਨਵੇਂ ਕੋਡ ਨੇ। ਹੁਣ ਮਿੱਟੀ ਹਰ ਇੱਕ ਨੂੰ ਪ੍ਰੋਬਲਮ ਆ ਰਹੀ ਹੈ। ਠੀਕ ਹੈ, ਕਿਉਂਕਿ ਕੋਡ 1970 ਦੇ ਚੱਲੇ ਆਉਂਦੇ ਆ। 1970 'ਚ ਜਿੰਨੀ ਮਰਜ਼ੀ ਮਿੱਟੀ ਚੱਕ ਲਓ, ਕੋਈ ਚੱਕਰ ਹੀ ਨਹੀਂ ਸੀਗਾ। ਰੇਤਾ ਫਸਟ ਕਲਾਸ, ਜੋ ਕੋਈ ਇਸ਼ੂ ਨਹੀਂ ਸੀ। ਠੀਕ ਹੈ, ਅੱਜ ਸਾਨੂੰ ਮਿੱਟੀ ਮਿਲਦੀ ਨਹੀਂ ਹੈਗੀ। ਕੋਡ ਸਾਡੇ 1970 ਦੇ ਨੇ। ਠੀਕ ਹੈ ਨਾ। ਹਾਂ, ਅਤੇ ਜੇ ਤੁਸੀਂ 1970 ਦੇ ਕੋਡ ਨੂੰ 2022-25 'ਚ ਅਪਲਾਈ ਕਰੋਗੇ ਤਾਂ ਤੁਹਾਨੂੰ ਪ੍ਰੋਬਲਮ ਆਊਗੀ। ਠੀਕ ਹੈ, ਪਰ ਹੁਣ ਪ੍ਰੋਬਲਮ ਆ ਰਹੀ ਹੈ। ਹੁਣ ਜਿੰਨੀਆਂ ਵੀ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਦੀਆਂ ਸੜਕਾਂ ਬਣਨੀਆਂ, ਉਹਨਾਂ ਲਈ ਮਿੱਟੀ ਨਹੀਂ ਮਿਲ ਰਹੀ। ਇਹਨਾਂ ਨੇ ਤਾਂ ਕਾਗਜ਼ਾਂ 'ਚ ਲਿਖਤਾ ਵੀ 2 ਮੀਟਰ ਉੱਚੀ ਕਰਕੇ ਬਣਾ ਦਿਓ, ਤਾਂ ਮਿੱਟੀ ਕਿੱਥੋਂ ਲੈ ਕੇ ਆਉਣ? ਮਾਈਨਿੰਗ ਬੰਦ ਹੈ, ਐਕਸਪਲੋਇਟੇਸ਼ਨ ਹੈ, ਕਾਂਟਰੈਕਟਰ ਫਸੇ ਹੋਏ ਨੇ। ਉਹ ਹੁਣ ਸਾਰਾ ਕੁਛ ਹੈਗਾ। ਅਲਟੀਮੇਟਲੀ ਫਿਰ ਤੁਹਾਡੇ ਪ੍ਰੋਜੈਕਟ ਫਸਦੇ ਨੇ। ਜੋ ਤੁਸੀਂ ਅਜ਼ਿਊਮ ਕੀਤਾ ਹੁੰਦਾ ਕਿ ਰੋਡ ਬਣ ਜੂਗੀ, ਲੋਕਾਂ ਦੀ ਲਾਈਫ ਸੁਧਰ ਜੂਗੀ। ਠੀਕ ਹੈ, ਉਹ ਸਾਰਾ ਕੁਛ ਸਫਰ ਹੁੰਦਾ। ਅਤੇ ਇਹ ਜਦੋਂ ਤੁਸੀਂ ਕਲੈਕਟਿਵਲੀ ਨਾ, ਇਹ ਨਹੀਂ ਹੈਗਾ ਵੀ ਕਾਲਜ ਦੇ ਵਿੱਚ ਗਏ, ਗੱਲਾਂ ਮਾਰੀਆਂ, ਕੰਟੀਨ ਤੋਂ ਚਾਹ ਪੀਤੀ ਅਤੇ ਆ ਗਏ। ਆਪਣਾ ਇੱਕ ਗਰੁੱਪ ਬਣਾਓ, ਕਲੈਕਟਿਵਲੀ ਉਸ ਵਿਸ਼ੇ 'ਤੇ ਡਿਸਕਸ ਕਰੋ। ਠੀਕ ਹੈ। ਹਾਂ, ਤੁਸੀਂ ਦੇਖੋ ਜਿੰਨੇ ਵੀ ਇੰਜੀਨੀਅਰਿੰਗ ਗਰੁੱਪ ਨੇ ਨਾ ਗੌਰਮੈਂਟ ਸਰਵਿਸਿਜ਼ ਦੇ, ਉਹਨਾਂ ਦੇ ਗਰੁੱਪ ਬਣੇ ਹੋਏ ਨੇ। ਉਹ ਬਹੁਤ ਡਿਸਕਸ ਕਰਦੇ ਨੇ। ਠੀਕ ਹੈ, ਉਹਨਾਂ ਦੇ ਰੋਜ਼ ਡੇਲੀ ਡਿਸਕਸ਼ਨ ਹੁੰਦੇ ਨੇ। ਠੀਕ ਹੈ, ਕਸ ਬਾਰੇ, ਉਹਨਾਂ ਦੀਆਂ ਆਪਣੀਆਂ ਸੈਲਰੀਜ਼ ਬਾਰੇ, ਵੀ ਸਾਨੂੰ ਤਨਖਾਹ ਨਹੀਂ ਮਿਲ ਰਹੀ, ਸਾਡੇ ਬੰਦੇ ਨਾਲ ਧੱਕਾ ਹੋ ਰਿਹਾ। ਠੀਕ ਹੈ, ਇਸ ਲਈ। ਪਰ ਉਹ ਕਦੇ ਨਹੀਂ ਸੋਚਦੇ ਹੈਗੇ ਵੀ ਜਿਹੜਾ ਤੁਹਾਡੀ ਵਜ੍ਹਾ ਕਰਕੇ ਲੋਕਾਂ ਨਾਲ ਧੱਕਾ ਹੋ ਰਿਹਾ। ਤੁਸੀਂ ਸੜਕਾਂ 'ਤੇ ਜਾਂਦੇ ਨਹੀਂ, ਗੋਡੇ ਗੋਡੇ ਢੋਏ ਨੇ, ਬੰਦਾ ਡਿੱਗ ਕੇ ਮਰ ਗਿਆ, ਉਹ ਕਿਹਦੀ ਮਾਂ ਨੂੰ ਅਸੀਂ ਆਖੇ? ਠੀਕ ਹੈ ਨਾ। ਉਹਨਾਂ ਨੂੰ ਵੀ ਸੈਲਫ ਪੜਚੋਲ ਦੀ ਜ਼ਰੂਰਤ ਆ। ਠੀਕ ਹੈ, ਇਸ ਕਰਕੇ ਇੰਜੀਨੀਅਰਿੰਗ ਸਟੂਡੈਂਟਸ ਨੂੰ ਵੀ ਚਾਹੀਦਾ ਕਿ ਜਦੋਂ ਉਹ ਡਿਗਰੀ ਕਰਕੇ ਨਿਕਲਦੇ ਨੇ, ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਉਹ ਕੀ ਪੜ੍ਹ ਕੇ ਨਿਕਲੇ ਆ।
ਕਾਲਜ ਦੇ ਵਿੱਚ ਕਲਾਸ ਨਹੀਂ ਲਾ ਰਹੇ, ਬੰਕ ਮਾਰ ਰਹੇ ਨੇ, ਬਾਅਦ 'ਚ ਉਹ ਕਹਿਣ ਸਾਨੂੰ ਸੈਲਰੀ ਨਹੀਂ ਮਿਲਦੀ, ਤਾਂ ਉਹ ਉਹਨਾਂ ਦੇ ਉੱਤੇ ਵੀ ਓਡੇ ਓਨਸ ਹੈ ਜਿੰਨਾ ਕਾਲਜ ਦੇ ਉੱਤੇ ਹੈ। ਮੇਰੇ ਖਿਆਲ 'ਚ ਤੁਹਾਨੂੰ ਕਲੀਅਰ ਹੋ ਗਿਆ ਕਿ ਕੁਛ ਹੋਰ ਡਾਊਟ ਹੈ? क्लियर हो गया, बाकी सर जो कुछ होएगा दोबारा फिर पूछना है। ਚਲੋ ਠੀਕ ਹੈ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ।